Stop क्यों कर देना। Welcome to today's edition of American Politics with Harpreet Singh Toor। आप सब ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਸਲਾਮ। ਅਸੀਂ ਤਾਂ ਇੱਥੇ ਅੱਜ ਸਨੋ ਦਾ ਆਨੰਦ ਮਾਣ ਰਹੇ ਹਾਂ। ਮੈਨੂੰ ਪਤਾ ਵੀ ਬਹੁਤ ਲੋਕੀ ਆ ਜਿਹੜੇ ਉਹ ਸਨੋ ਨੂੰ ਹੇਟ ਕਰਦੇ ਆ, ਬਟ ਆਈ ਐਮ ਵਨ ਆਫ ਦੋਜ਼ ਮਦਰ ਨੇਚਰ ਲਵਰ ਯੂ ਕੈਨ ਸੇ। ਮੀਂਹ ਹੋਵੇ, ਸਨੋ ਹੋਵੇ, I really enjoy it ਕਿਉਂਕਿ you get in touch with mother nature directly. This is something which we need to learn how to appreciate ਕਿਉਂਕਿ ਅਸੀਂ ਪਿੰਡਾਂ ਚੋਂ ਆਏ ਆ ਔਰ ਸਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਆ। ਖਾਸ ਕਰਕੇ ਅਸੀਂ ਨਾ ਜਦ ਇਹਨਾਂ ਮੁਲਕਾਂ ਚ ਆ ਜਾਂਦੇ ਆ ਅਸੀਂ ਇਹ ਚੀਜ਼ ਭੁੱਲ ਜਾਂਦੇ ਆ ਭਈ ਅਸੀਂ ਆਨੰਦ ਮਾਣਦੇ ਹੁੰਦੇ ਸੀਗੇ ਸੀ ਜਾਂ ਬਰਸਾਤ ਆਉਣੀ ਤੇ ਉਹ ਬਰਸਾਤ ਆਈ ਦੇ ਉੱਤੇ ਅਸੀਂ ਆਨੰਦ ਮਾਣਦੇ ਹੁੰਦੇ ਸੀਗੇ ਸੀ ਗਰਮੀਆਂ ਤੋਂ ਬਾਅਦ। ਤੇ ਮੀਂਹ ਚ ਜਾਣਾ, ਮੀਂਹ ਚ ਕੁੱਦਣਾ, ਖੇਡਣਾ, ਨੱਠਣਾ, ਉਹਦਾ ਇੱਕ ਆਪਣਾ ਸਵਾਦ ਹੁੰਦਾ ਸੀ। ਇਹ ਨਹੀਂ ਸੀ ਵੀ ਹਾਂ ਵੀ ਤੁਹਾਡੇ ਕੱਪੜੇ ਨਹੀਂ ਸੀ ਮੈਲੇ ਹੁੰਦੇ ਜਾਂ ਘਰੋਂ ਝਟਕਾਂ ਨਹੀਂ ਸੀ ਪੈਂਦੀਆਂ ਜਾਂ ਕੁੱਟ ਨਹੀਂ ਸੀ ਪੈਂਦੀ when we were growing up, but it has its own charm. Somehow I never left that charm and I'm enjoying mother nature. ਸਵੇਰ ਦਾ ਸਾਡੇ ਇੱਥੇ ਤਾਂ ਨਿਊਯਾਰਕ ਦੇ ਵਿੱਚ ਉਹਨਾਂ ਨੇ ਕਿਹਾ ਆ ਭਈ 8 ਤੋਂ 10 ਇੰਚ ਪੈਣੀ ਆ ਪਰ ਸਵੇਰ ਦੀ ਚੱਲੀ ਜਾ ਰਹੀ, ਕੱਲ ਤੱਕ ਜਾਣੀ ਆ। ਤੇ ਮੇਰੇ ਨਾਲ ਦੂਜੇ ਪਾਸੇ ਤੁਹਾਡੇ ਨਾਲ ਹੋਰ ਮਿੰਟ ਦੇ ਵਿੱਚ ਨਾਲ ਹੋਣਗੇ, ਹਾਜ਼ਰ ਹੋਣਗੇ ਸਰਦਾਰ ਦਵਿੰਦਰ ਸਿੰਘ ਜੀ ਵਿਦੇਸ਼ਾ। ਉਹ ਵੀ ਦੱਸਣਗੇ ਵੀ ਵਾਸ਼ਿੰਗਟਨ ਡੀਸੀ ਚ ਕਿੱਦਾਂ ਹਾਲਾਤ ਹੈਗੇ ਆ, not only weather wise but political weather wise also we are going to talk and it's going to very interesting discussion. ਸਾਰਿਆਂ ਤੋਂ ਪਹਿਲਾਂ ਅਸੀਂ ਸਰਦਾਰ ਦਵਿੰਦਰ ਸਿੰਘ ਵਿਦੇਸ਼ਾ ਸਾਹਿਬ ਨੂੰ ਜੀ ਆਇਆਂ ਕਹੀਏ। ਵਿਦੇਸ਼ਾ ਸਾਹਿਬ। ਹਾਂਜੀ ਟੂਰ ਸਾਹਿਬ, ਸਾਰਿਆਂ ਨੂੰ ਪਹਿਲਾਂ ਤੁਹਾਨੂੰ ਅਤੇ ਬਾਜ਼ ਟੀਵੀ ਨੂੰ ਦੇਖਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਰਜੀਨੀਆ ਵਾਸ਼ਿੰਗਟਨ ਡੀਸੀ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿਵੇਂ ਤੁਸੀਂ ਮੌਸਮ ਦੀ ਗੱਲ ਕਰ ਰਹੇ ਸੀ, ਮੌਸਮ ਇੱਥੇ ਵੀ ਵਰਜੀਨੀਆ ਜਿਹੜਾ DC ਬਾਲਟਿਮੋਰ ਮੈਟਰੋ ਏਰੀਆ, ਇੱਥੇ ਵੀ ਸਨੋ ਅਤੇ ਸਲੀਟ ਇਕੱਠੀ ਪੈ ਰਹੀ ਹੈ ਕੱਲ ਦੀ, ਤੇ ਕੱਲ ਸ਼ਾਮ ਤੱਕ ਪੈਣੀ ਆ। ਸੋ ਇਸ ਕਰਕੇ ਜਿਹੜਾ ਸਟੋਰਮ ਹੈ ਚਾਹੇ ਉਹ ਟੈਕਸਸ ਚ ਜਾਂ ਤੁਸੀਂ ਨਿਊਯਾਰਕ ਦੇ ਵਿੱਚ ਇੰਜੋਏ ਕਰ ਰਹੇ ਹੋ ਤੇ ਉਹ ਸਾਰੇ ਸੇਮ ਹੈ। ਤੇ ਇੱਥੇ ਵੀ ਬਿਲਕੁਲ ਸਨੋ ਹੈਗੀ ਆ, ਜਿੰਨੀ ਕਹਿ ਰਹੇ ਸੀ ਤੁਹਾਡੇ ਜਿੰਨੀ ਤੇ ਨਹੀਂ, ਪਰ 3 ਇੰਚ ਸਨੋ ਪਲੱਸ ਸਲੀਟ ਇੱਥੇ ਵੀ ਪੈ ਰਹੀ ਹੈ। I'm just going to poke a fun at ਕਿਉਂਕਿ ਮੈਨੂੰ ਪਤਾ ਪਿਆ I think you are a little bit Republican aligned person. ਟੈਡ ਕਰੂਜ਼ ਆ ਜਿਹੜਾ ਉਹ ਟੈਕਸਾਸ ਦੇ ਵਿੱਚ ਉਹ ਨੱਠ ਗਿਆ ਕੈਨਕੂਨ ਨੂੰ and now he is under trouble. But anyway, the question is, let's talk few things. I want to have ਜਿਹੜਾ ਤੁਹਾਡਾ view ਆ ਨਾ, yes, ਮੈਂ study ਕਰਦਾ ਰਹਿੰਦਾ ਆ, I have my own views. There are things ਜਿੱਥੇ ਕਿ ਮੈਂ I get my own folks also angry, the Democrats or people like that, ਕਿਉਂਕਿ ਤੱਥ ਹੁੰਦੇ ਆ, ਕਹਾਣੀਆਂ ਬਣਾਉਣੀਆਂ ਆਪਣੀ ਥਾਂ ਹੁੰਦੀਆਂ। ਠੀਕ ਹੈ ਜੀ। ਜਿਹੜਾ ਆਪਣਾ ਇਸ ਵੇਲੇ $1.9 trillion ਦਾ ਜਿਹੜਾ ਪੈਕੇਜ ਆ ਜੋ ਬਾਈਡਨ ਡੈਮੋਕ੍ਰੈਟਸ ਹੈ ਜਿਹੜਾ ਉਸ ਪੈਕੇਜ ਨੂੰ ਇਸ ਵੇਲੇ ਪੁਸ਼ ਕਰ ਰਹੇ ਔਰ ਰਿਪਬਲਿਕਨਸ ਵੱਲੋਂ ਇਸ ਵੇਲੇ ਉਹਦੀ ਬਹੁਤੀ ਹਮਾਇਤ ਨਹੀਂ ਹੈ। if I may say so, ਥੋੜੀ ਜਿਹੀ ਹੈਗੀ ਹੈ but not if it comes to voting today, I don't think any Republican will vote for it either in the House or in the Senate. So what do you think about it? ਦੇਖੋ ਟੂਰ ਸਾਹਿਬ, ਜਿਹੜਾ 1.9 ਟ੍ਰਿਲੀਅਨ ਦਾ ਬਜਟ ਹੈਗਾ ਇਹ ਬਿਨਾਂ ਸ਼ੱਕ ਇਹ ਬਹੁਤ ਜ਼ਿਆਦਾ ਹੈਗਾ, ਕਿਉਂਕਿ ਇਹਦੇ ਵਿੱਚ ਜੇ ਆਪਾਂ ਇਹਨੂੰ ਹੋਰ ਥੋੜਾ ਜਿਹਾ ਨੇੜੇ ਹੋ ਕੇ ਦੇਖੀਏ, ਇੱਕ ਤੇ ਪਹਿਲਾਂ ਇਹਦੇ ਨਾਲ ਇਹ ਮਿਨੀਮਮ ਵੇਜ ਜਿਹੜੀ $15 ਆ ਉਹ ਵੀ ਇਹਦੇ ਵਿੱਚ ਡੈਮੋਕ੍ਰੇਟ ਚਾਹੁੰਦੇ ਸੀ ਵੀ ਪਾਸ ਹੋ ਜਾਵੇ, ਪਰ ਉਹ ਤੇ ਇਸ ਨਾਲ ਐਨੀ ਮੋਰ ਮਤਲਬ ਉਹ ਨਹੀਂ ਹੈਗੀ ਉੱਥੇ। ਪਰ ਜਿਹੜਾ 1.9 ਟ੍ਰਿਲੀਅਨ ਵੀ ਆ ਇਹ ਉਹਦੇ ਵਿੱਚ ਜਿਹੜੇ ਪੈਸੇ ਹੈਗੇ ਆਲਰੇਡੀ ਤੁਹਾਨੂੰ ਪਤਾ ਅਮਰੀਕਾ ਦੇ ਜਿਹੜਾ ਡੈਟ ਹੈਗਾ ਉਹ ਆਲਮੋਸਟ 30 ਟ੍ਰਿਲੀਅਨ ਦੇ ਨੇੜੇ ਪਹੁੰਚ ਗਿਆ। ਤੇ ਇਹਦੇ ਵਿੱਚ ਅਸੀਂ ਜੋ ਬਾਈਡਨ ਜੀ ਦਾ ਬਿਲਕੁਲ ਨਹੀਂ ਕੋਈ ਹੱਥ, ਕਿਉਂਕਿ ਇਹ ਤੇ ਹੁਣ ਪ੍ਰੈਜ਼ੀਡੈਂਟ ਬਣੇ ਨੇ ਤੇ ਕਿਉਂਕਿ ਪਾਰਟੀ ਤੁਹਾਡੀ ਕੋਈ ਵੀ ਹੋਵੇ ਸੱਚ ਬੋਲਣਾ ਸੱਚ ਹੁੰਦਾ ਜਦੋਂ ਸਪੈਸ਼ਲੀ ਤੁਸੀਂ ਮੀਡੀਆ ਤੇ ਗੱਲ ਕਰ ਰਹੇ ਹੋ। ਤੇ ਪਰ ਮੈਂ ਇਸੇ ਚੀਜ਼ ਦੇ ਉੱਤੇ ਮੈਨੂੰ ਸ਼ੱਕ ਸੀ ਵੀ ਤੁਸੀਂ ਇਹੀ ਗੱਲ ਕਰਨੀ ਹੈ and I'm going to question you on same thing, but anyway go ahead. ਹਾਂਜੀ ਜਿਹੜਾ $9 trillion ਦਾ ਹੈਗਾ ਗੱਲ ਕਰ
ਰਹੇ ਨੇ। ਪਰ ਜਿਹੜੀਆਂ ਸਟੇਟਸ ਨੇ ਇਨਕਲੂਡਿੰਗ ਜਿਹਨੂੰ ਆਪਾਂ ਸਟਰਗਲਿੰਗ ਸਟੇਟ ਪਹਿਲਾਂ ਕਹਿੰਦੇ ਸੀ ਕੈਲੀਫੋਰਨੀਆ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਕੋਵਿਡ ਦੇ ਨਾਲ ਅਮਰੀਕਾ ਦੇ ਵਿੱਚ ਬੜੀ ਸੈਡ ਸਟੋਰੀ ਹੈ ਕਿ ਅਸੀਂ 500,000 ਦੇ ਨੇੜੇ ਪਹੁੰਚ ਗਏ ਹਾਂ। ਤਕਰੀਬਨ 4,95,000 ਤੋਂ ਉੱਪਰ ਡੈਥ ਹੋ ਚੁੱਕੀਆਂ ਨੇ। ਉਹਦੇ ਵਿੱਚ ਅੱਜ ਦਾ ਦਿਨ ਆ 24 ਘੰਟਿਆਂ ਚ ਪੂਰੇ ਹੋ ਜਾਣੇ ਆ। ਹਾਂਜੀ ਹਾਂਜੀ, 500,000 ਨੂੰ ਅਸੀਂ ਕ੍ਰੋਸ ਕਰ ਜਾਣਾ। ਤੇ ਕੈਲੀਫੋਰਨੀਆ ਡੈਥ ਵਾਈਜ਼ ਨੰਬਰ 1 ਹੈਗਾ। 47 ਉੱਥੇ ਦੇ 47,000 ਡੈਥਸ ਹੈਗੀਆਂ ਕੈਲੀਫੋਰਨੀਆ ਤੋਂ, ਕਿਉਂਕਿ ਸਟੇਟ ਵੀ ਵੱਡੀ ਆ। ਪਰ ਉਹਨਾਂ ਕੋਲੇ ਵੀ ਜਿਹੜਾ ਬਜਟ ਹੈਗਾ ਸਰਪਲਸ ਹੈਗਾ। ਤੇ ਮੈਂ ਵਰਜੀਨੀਆ ਨੂੰ ਬਿਲੋਂਗ ਕਰਦਾ। ਵਰਜੀਨੀਆ ਦਾ ਵੀ ਜਿਹੜਾ ਬਜਟ ਹੈਗਾ ਉਹ ਸਰਪਲਸ ਹੈਗਾ, ਕਿਉਂਕਿ ਪਿਛਲੇ ਸਾਲ ਜਿਹੜੀ ਗਵਰਨਮੈਂਟ ਹੈਗੀ ਆ ਉਹਨਾਂ ਨੇ ਘਰੋਂ ਹੀ ਕੰਮ ਬਹੁਤੇ ਨੇ ਕੀਤਾ, ਕਿਉਂਕਿ ਕੋਵਿਡ ਕਰਕੇ ਖੁੱਲੀਆਂ ਨਹੀਂ ਤੇ ਉਹਨੇ ਪੈਸੇ ਉਹਨਾਂ ਖਰਚੇ ਨਹੀਂ। ਤੇ ਈਵਨ ਜਿਹੜਾ ਸਾਡਾ ਪ੍ਰੈਜ਼ੀਡੈਂਟ ਟਰੰਪ ਵੱਲੋਂ ਜਿਹੜਾ ਪਹਿਲਾ ਜਿਹੜਾ ਪੈਕੇਜ ਸੀਗਾ ਉਹਦੇ ਵਿੱਚੋਂ ਵੀ ਜਿਹੜਾ PPP ਲੋਨ ਸੀਗਾ ਉਹਦੇ ਵਿੱਚੋਂ ਵੀ ਹਜੇ ਪੈਸੇ ਉੱਥੇ ਪਏ ਨੇ। PPP 1 ਜਿਹਨੂੰ ਕਹਿੰਦੇ ਨੇ ਉਹ ਵੀ ਪੈਸੇ ਪੂਰੇ ਨਹੀਂ ਵਰਤੇ ਗਏ। ਤੇ ਤੁਸੀਂ ਹੈਰਾਨ ਹੋਵੋਗੇ ਤੂਰ ਸਾਹਿਬ, ਉਹਦੇ ਵਿੱਚੋਂ ਵੀ ਨਾਰਥਰਨ ਵਰਜੀਨੀਆ ਵਿੱਚ ਮੈਂ ਰਹਿਣਾ। ਨਾਰਥਰਨ ਵਰਜੀਨੀਆ ਇੱਕ ਇਹੋ ਜਿਹੀ ਹੈ ਜਿਹਦੇ ਵਿੱਚ ਟੋਟਲ ਲਿਕੁਇਡਿਟੀ ਦੀਆਂ ਜਿਹੜੀਆਂ ਟੌਪ 5 ਹੈਗੀਆਂ ਕਾਉਂਟੀਜ਼, ਉਹਨਾਂ ਦੇ ਵਿੱਚੋਂ 4 ਜਿਹੜੀਆਂ ਹੈਗੀਆਂ ਉਹ ਨਾਰਥਰਨ ਵਰਜੀਨੀਆ ਚ ਨੇ ਅਮਰੀਕਾ ਦੀਆਂ। ਸੋ ਇੱਥੇ ਵੀ ਜਿਹੜਾ ਹੈਗਾ ਤੇ ਜਿਹੜਾ PPP 1 ਉਹ ਸਿਰਫ 13% ਸਮਾਲ ਬਿਜ਼ਨਸ ਨੇ ਉਹ ਤੋਂ ਫਾਇਦਾ ਉਠਾਇਆ ਸੀ। ਸੋ ਇਸ ਕਰਕੇ ਜਿਹੜੇ ਇਹ ਪੈਸੇ ਨੇ ਤੇ ਬਾਕੀ ਉਹਦੇ ਵਿੱਚ ਸਟੂਡੈਂਟ ਲੋਨ ਨੂੰ ਮਾਫ ਕਰਨ ਦੀ ਗੱਲ ਕਰ ਰਹੀ ਹੈ, ਕਿਉਂਕਿ ਜਿਵੇਂ ਸੈਨੇਟਰ ਐਲਿਜ਼ਾਬeth ਵਾਰਨ ਤੇ ਕਹਿ ਰਹੀ ਹੈ ਜੀ 50,000 ਤੱਕ ਜਿਹੜਾ ਅੱਗੇ ਬਿੱਲ ਆਉਂਦਾ ਉਹਦੇ ਵਿੱਚ 50,000 ਤੱਕ ਮਾਫ ਕਰ ਦਿਓ। ਤੇ ਨਾਲ ਹੀ ਨਾਲ ਅਨਐਮਪਲੋਇਮੈਂਟ ਜਿਹੜੀ ਹੈਗੀ ਇਹਨੂੰ ਦੇ ਵਾਂਟ ਟੂ ਟੇਕ ਆਲ ਦ ਵੇ ਅਪ ਟੂ ਫਾਲ। ਤੇ ਅੱਜ ਤੁਸੀਂ ਦੇਖਿਆ ਹੋਣਾ ਵਾ ਜਿਹੜੀ ਸਾਡੇ ਅਨਐਮਪਲੋਇਮੈਂਟ ਹੈਗੀ ਆ ਉਹ ਪਹਿਲੀ ਵਾਰੀ 8,61,000 ਤੇ ਚਲੀ ਗਈ ਆ, ਕਿਉਂਕਿ ਅਨਐਮਪਲੋਇਮੈਂਟ ਬਹੁਤ ਲੋਕੀ ਅਪਲਾਈ ਕਰਦੇ ਨੇ, ਕਿਉਂਕਿ ਉਹਨਾਂ ਨੂੰ ਦੇਖ ਰਿਹਾ ਕਿ ਵੀ ਇਹਦੇ ਵਿੱਚ $400 ਸਾਨੂੰ ਵੀਕ ਚ ਬੈਠਿਆਂ ਨੂੰ ਆਏਗਾ। ਕਿਤੇ ਨਾ ਕਿਤੇ ਜਿਹੜੇ ਇਹ ਪੈਸੇ ਨੇ ਮੇਰੇ ਹਿਸਾਬ ਦੇ ਨਾਲ 1.9 trillion is too much. Maybe they can come both parties together close to 900 billion or below 1 trillion. That way they can get both parties. ਕੁਝ ਇੱਕ ਚੀਜ਼ਾਂ ਜਿਹੜੀਆਂ ਕਿ ਮੈਂ ਹੁਣ ਡਾਇਸੈਕਟ ਇਸ ਕਰਕੇ ਕਰਨ ਲੱਗਾ ਭਈ ਜਿਹੜਾ ਜਿੱਥੋਂ ਤੱਕ ਡੈਫਿਸਿਟ ਦਾ ਇਸ਼ੂ ਆ ਨਾ ਜੀ, ਆਈ ਬੈਕ ਟੂ ਡਿਫਰ ਵਿਦ ਯੂ। ਉਹਦਾ ਕਾਰਨ ਆ ਜਿਹੜਾ ਇਹ ਆ ਵੀ ਜਦੋਂ ਪਿਛਲੇ 2 ਪੈਕੇਜ ਪਾਸ ਹੋਏ ਆ ਕਿਸੇ ਵੀ ਇੱਕ ਰਿਪਬਲਿਕਨ ਨੇ ਡੈਫਿਸਿਟ ਮੈਂਸ਼ਨ ਨਹੀਂ ਕੀਤਾ ਐਕਸੈਪਟ 1 ਸੈਨੇਟਰ। ਨੰਬਰ 2, ਜਦੋਂ ਟ੍ਰਿਲੀਅਨਸ ਆਫ ਡਾਲਰਸ ਟੈਕਸ ਬ੍ਰੇਕ ਜਿਹੜੀ ਬਿਲੀਅਨਰਸ ਨੂੰ ਦਿੱਤੀ ਗਈ ਆ, ਨੋਬਡੀ ਟਾਕਡ ਅਬਾਊਟ ਡੈਫਿਸਿਟ ਐਟ ਦੈਟ ਟਾਈਮ। ਪਰਸੈਂਟੇਜ ਵਾਈਜ਼ ਜਿਹੜਾ ਗੌਰਮੈਂਟ ਦਾ ਡੈਫਿਸਿਟ ਆ ਨਾ ਜੀ, ਟਰੰਪ ਦੀ ਪ੍ਰੈਜ਼ੀਡੈਂਸੀ ਦੇ ਵਿੱਚ ਡਿਊਰਿੰਗ ਦਾ 4 years percentage wise it has increased by the top 2% people. On the other hand ਜਦੋਂ ਤੁਸੀਂ ਕ੍ਰਾਈਸਿਸ ਚ ਹੁੰਦੇ ਆ ਨਾ ਉਸ ਵੇਲੇ ਤੁਹਾਨੂੰ ਡੋਜ਼ ਦੀ ਲੋੜ ਹੁੰਦੀ ਆ। ਅੱਛਾ, ਹੁਣ ਮੈਂ ਇਸ ਚੀਜ਼ ਨਾਲ ਤੁਹਾਡੇ ਨਾਲ ਜਿਹੜੀਆਂ ਚੀਜ਼ਾਂ ਤੇ ਮੈਂ ਐਗਰੀ ਕਰਦਾ ਮੈਂ ਕਰਨਾ ਹੈ। ਸੋ ਜਸਟ ਹੀਅਰ ਮੀ ਆਊਟ। ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਭਈ ਕੁਛ ਇੱਕ ਬੰਦੇ ਆ ਜਿਹੜੇ ਜਿਨ੍ਹਾਂ ਨੇ ਕੰਮ ਜ਼ਿੰਦਗੀ 'ਚ ਕਦੀ ਨਹੀਂ ਸੀ ਕੀਤਾ, ਉਹਨਾਂ ਨੇ ਵੀ ਅਨਐਮਪਲੋਇਮੈਂਟ ਕਲੇਮ ਕੀਤੀ। ਬਿਲਕੁਲ ਕੀਤੀ, ਠੀਕ ਹੈ ਜੀ। ਅੱਛਾ, ਦੈਟ ਇਜ਼ ਅ ਪ੍ਰੋਸੈਸ ਜਿਹਦੇ ਵਿੱਚ ਕਿ ਸਟੇਟਸ ਨੇ ਉਹ ਪੈਸੇ ਆ ਜਿਹੜੇ ਸੂਨਰ ਔਰ ਲੇਟਰ ਵਾਪਸ ਲੈਣੇ ਹੈਗੇ ਆ, ਪਹਿਲੀ ਗੱਲ। ਦੂਜੀ ਗੱਲ, ਜਿਹੜਾ PPP ਆ, PPP ਜਿਹੜਾ ਪਹਿਲਾ PPP ਸੀ ਉਹ ਇਟ ਗॉट ਐਗਜ਼ੌਸਟਡ ਇਮੀਡੀਏਟਲੀ ਬਾय ਬਿਗ ਕਾਰਪੋਰੇਸ਼ਨਸ। ਔਰ ਹਾਂ, ਜਿਹੜਾ ਦੂਜਾ ਫਿਰ PPP ਕੀਤਾ ਗਿਆ ਆ ਉਹਦੇ ਵਿੱਚ ਜਿਹੜੇ ਤੁਸੀਂ ਬਚੀ ਹੋਈ ਅਮਾਉਂਟ ਦੀ ਗੱਲ ਕਰ ਰਹੇ ਹੋ ਸੈਕੰਡ ਉਹਦੀ ਪੋਰਸ਼ਨ ਦੀ ਹੈਗੀ ਆ। ਔਰ ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਜਿਹੜੀ ਉਹਦੇ ਵਿੱਚ ਹੋਈ ਹੈਗੀ ਆ ਉਹ ਭਾਜੀ ਇਹ ਹੋਈ ਹੈਗੀ ਆ ਕਿ ਜਿਹੜਾ ਨਾ ਲੋਨ ਵੇਵਰ ਦੀ ਗੱਲ ਕੀਤੀ ਹੈਗੀ ਆ PPP ਵਾਲਿਆਂ ਨੂੰ ਵੀ ਵੀ ਅਸੀਂ ਜੀ ਮਾਫ ਕਰ ਦੇਣਾ ਟੂ ਸਮ ਅਮਾਊਂਟ, ਦੈਟਸ ਅਨਦਰ ਫੈਕਟਰ। ਅੱਛਾ, ਹੁਣ ਆ ਜਾਈਏ ਸਟੂਡੈਂਟ ਲੋਨ ਦਾ। ਆਮ ਜਸਟ ਆਨਸਰਿੰਗ ਯੂਰ ਕੁਐਸਚਨਸ ਵਨ ਐਟ ਅ ਟਾਈਮ ਨਾ। ਜਿਹੜਾ ਹੁਣ ਸਟੂਡੈਂਟ ਲੋਨ ਦਾ ਇਸ਼ੂ ਆ, ਸਟੂਡੈਂਟ ਲੋਨ ਹੈ ਜਿਹੜਾ ਜੇ ਤੁਸੀਂ ਬਾਈਡਨ ਦੀ ਜਿਹੜੀ ਆਪਣਾ ਟਾਊਨ ਹਾਲ ਹੋਈ ਹੈ ਨਾ ਜੀ CNN ਦੇ ਉੱਤੇ ਡੇ ਫੋਰ ਯੈਸਟਰਡੇ, ਉਹਨੂੰ ਜੇ ਸੁਣੋ ਉਹਨੇ ਇੱਕ ਗੱਲ ਕਹੀ ਸੀ। ਉਹ ਕਹਿੰਦਾ ਭਈ ਆਈ ਐਮ ਨਾਟ ਇਨ ਫੇਵਰ ਆਫ ਕੰਪਲੀਟ ਵੇਵਰ ਆਫ ਸਟੂਡੈਂਟ ਲੋਨ। ਉਹਨੇ ਬੜੀ ਕਲੀਅਰ ਗੱਲ ਕੀਤੀ ਜੋ ਕਿ ਮੈਂ ਪਰਸਨਲੀ ਆਈ ਕੈਨੋਟ ਆਰਗੂ ਅਗੇਂਸਟ ਦੈਟ। ਉਹ ਕਹਿੰਦਾ ਭਈ ਜਿੱਥੋਂ ਤੱਕ ਕਮਿਊਨਿਟੀ ਕਾਲਜਸ ਆ, ਕਮਿਊਨਿਟੀ ਕਾਲਜਸ ਦੀ ਜਿਹੜੀ ਫੀਸ ਆ ਦੈਟ ਸ਼ੁੱਡ ਬੀ ਫ੍ਰੀ।
ਜਿਹੜੇ ਬੰਦੇ ਦੂਜੇ ਜਾਂਦੇ ਹੈਗੇ ਆ ਕਾਲਜਸ ਦੇ ਵਿੱਚ, ਸਟੇਟ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੂੰ ਤਕਰੀਬਨ $10,000 ਸਾਲ ਦਾ ਐਕਸਟਰਾ ਦਿੱਤਾ ਜਾਵੇ। ਜਿਹੜੇ ਬੰਦੇ ਦਾ ਪੀਪਲ ਹੂ ਗੋ ਟੂ ਆਈਵੀ ਲੀਗ ਯੂਨੀਵਰਸਿਟੀਜ਼ ਐਂਡ ਸੁਪਰ ਰਿਚ ਯੂਨੀਵਰਸਿਟੀਜ਼, ਠੀਕ ਹੈ ਜੀ। ਔਰ ਉਹ ਬੰਦੇ, ਇੱਕ ਮਿੰਟ, ਲੈਟ ਮੀ ਫਿਨਿਸ਼, ਆਮ ਜਸਟ ਸੇਇੰਗ ਵਾਟ ਹੀ ਸੈਡ। ਔਰ ਉਹਦੇ ਵਿੱਚ ਉਹਨੇ ਆਪਣੇ ਨਿਆਣਿਆਂ ਦਾ ਮੈਂਸ਼ਨ ਕੀਤਾ ਕਿ ਉਹਦੇ ਨਿਆਣੇ ਆ ਜਿਹੜੇ, when they graduated, both of them, they graduated, and the third one, his daughter, with more than 100,000 loan, and he said कि they worked and they paid off. ਮੇਰੇ ਆਪਣੇ ਨਿਆਣੇ ਆ ਜਿਹੜੇ, ਮੇਰਾ ਛੋਟਾ ਬੇਟਾ ਆ ਜਿਹੜਾ, I'm talking here everything practical, ਉਹ ਜਿਹੜੀ ਆ ਉਹ ਜੋ ਬਾਈਡਨ ਨੇ ਆਪਣੀ ਲਾਈਫ ਦੀ ਦੱਸੀ, ਮੈਂ ਤੁਹਾਨੂੰ ਆਪਣੀ ਲਾਈਫ ਦੀ ਦੱਸਦਾ। ਮੇਰਾ ਬੜਾ ਮੁੰਡਾ ਆ, ਇਸ ਵਾਰੀ ਉਹਦੇ ਉੱਤੇ 4 ਲੱਖ ਦਾ ਲੋਨ ਹੈ, ਠੀਕ ਹੈ ਜੀ। ਛੋਟਾ ਬੇਟਾ ਆ, ਉਹਦੇ ਉੱਤੇ ਜਿੱਦਣ ਉਹ ਗ੍ਰੈਜੂਏਟ ਹੋਇਆ ਸੀ ਕਿਸੇ ਇੰਜੀਨੀਅਰਿੰਗ ਕਾਲਜ ਤੋਂ, ਉਹਦੇ ਉੱਤੇ ਤਕਰੀਬਨ 90,000 ਦਾ ਲੋਨ ਸੀ, ਹੀ ਪੇਡ ਆਫ। ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ, ਮੈਂ ਕਿਹਾ ਦੇਖੋ ਪੁੱਤ, ਪੜ੍ਹ ਜਾਓਗੇ, ਕਮਾਈ ਕਰੋਗੇ, ਪੇ ਆਫ ਕਰ ਦੋਗੇ। ਜੇ ਤੁਸੀਂ ਲੋਨ ਦਾ ਸੋਚੋਗੇ ਮੇਰੇ ਤੇ ਲੋਨ ਚੜ ਜੂ, ਮੈਂ ਕਰੂੰਗਾ ਤਾਂ ਆਈ ਡੋਂਟ ਨੋ। ਸੋ ਜਿੱਥੋਂ ਤੱਕ ਲੋਨ ਮਾਫ ਕਰਨ ਦਾ ਜਿਹੜਾ ਐਲਿਜ਼ਾਬੈਥ ਵਾਰਨ ਦਾ ਕਹਿਣਾ ਹੈ ਨਾ, ਦੈਟ ਇਜ਼ ਸਮਥਿੰਗ ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਨਾ ਲੈਫਟਿਸਟ ਕਹਿ ਦਿੰਦੇ ਆ, ਉਹ ਆ ਜਿਹੜਾ ਅਮਰੀਕਾ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈਗੀ ਹੈ, ਬਿਕਾਜ਼ ਦਿਸ ਇਜ਼ ਅ ਕੈਪੀਟਲਿਸਟਿਕ ਕੰਟਰੀ, ਸੋ ਐਨੀਥਿੰਗ ਵਿਚ ਇਜ਼ ਕਲੋਜ਼ ਟੂ ਸੋਸ਼ਲਿਜ਼ਮ, ਦੈਟਸ ਅ ਨੋ ਫਾਰ ਐਵਰੀਬਾਡੀ ਇਨਕਲੂਡਿੰਗ ਮੀ। ਹੁਣ ਅੱਗੇ ਚਲੋ, ਹੁਣ ਤੁਸੀਂ ਦੱਸੋ ਕੀ ਕਹਿਣ ਲੱਗੇ। ਨਹੀਂ, ਇਹੀ ਆਪਾਂ ਕਹਿ ਰਹੇ ਸੀਗੇ, ਜਿਹੜਾ ਉਹ ਸਟੂਡੈਂਟ ਲੋਨ ਹੈਗਾ, ਈਵਨ ਜਿਹੜਾ ਇਹਦਾ ਅੱਗੇ ਵਾਲੀਆਂ ਦੀ ਪਾਲਿਸੀ ਬਾਈਡਨ ਜੀ ਦੀ ਤੁਸੀਂ ਦੱਸ ਰਹੇ ਹੋ, ਪਰ ਉਹ ਜਿਹੜਾ ਆਲਰੇਡੀ ਸਟੂਡੈਂਟ ਐਡਜਸਟ ਹੈਗਾ, more than $1 trillion to $1.2 trillion ਆਪਣੇ ਜਿਹੜੇ ਸਟੂਡੈਂਟ ਲੋਨ ਹੈਗਾ ਅਮਰੀਕਾ ਅੱਜ ਦੀ ਡੇਟ ਚ ਐਗਜ਼ਿਸਟ, ਜਿਹੜੇ ਬੱਚੇ ਆਲਰੇਡੀ ਗ੍ਰੈਜੂਏਟ ਹੋ ਚੁੱਕੇ ਨੇ ਜਾਂ ਕਾਲਜ ਵਿੱਚ ਪੜ੍ਹ ਰਹੇ ਨੇ, ਉਹ ਉਹਨਾਂ ਦੇ ਵਿੱਚੋਂ ਕਹਿ ਰਹੇ ਸੀ ਵੀ 10,000 ਤੱਕ ਮਾਫ ਕਰਤੀ, ਕਿਉਂਕਿ ਉਹਨਾਂ ਨੇ ਆਲਰੇਡੀ ਸਪਟੈਂਬਰ ਤੱਕ ਡੈਫਰ ਤੇ ਕਰ ਦਿੱਤਾ। ਕਿਉਂਕਿ ਹੁਣ ਜਿਹੜੇ ਬੱਚਿਆਂ ਦਾ ਲੋਨ ਹੈ, ਉਹਨਾਂ ਨੇ ਕੋਈ ਪੇ ਨਹੀਂ ਕਰਨੀ, ਕੋਈ ਇੰਟਰਸਟ ਨਹੀਂ ਉਹਨਾਂ ਤੇ ਲੱਗ ਰਿਹਾ ਸਪਟੈਂਬਰ ਤੱਕ। ਸੋ ਇਸ ਕਰਕੇ ਉਹਨਾਂ ਨੇ ਆਲਰੇਡੀ ਐਗਜ਼ੈਕਟਿਵ ਆਰਡਰ ਦੇ ਥਰੂ ਤੇ ਕਰ ਦਿੱਤਾ। ਪਰ ਡੈਫਰਮੈਂਟ ਹੈ ਨਾ, ਉਹ ਤੁਹਾਨੂੰ ਪਤਾ, ਉਹ ਮੈਨੂੰ ਪਤਾ ਵੀ ਦੈਟ ਇਜ਼ ਨਾਟ, ਉਹ ਮਾਫ ਨਹੀਂ ਕੀਤਾ ਜਾ ਰਿਹਾ, ਉਹ ਤਾਂ ਸਿਰਫ ਇਹ ਕਹਿ ਰਿਹਾ ਵੀ ਤੁਸੀਂ 6 ਮਹੀਨੇ ਹੋਰ ਠਹਿਰ ਲਓ। ਦੈਟਸ ਇਟ। ਬਾਰ-ਬਾਰ ਗੱਲ ਕਰ ਰਹੇ ਨੇ ਵੀ ਐਟਲੀਸਟ ਨਾ ਜੋ ਬਾਈਡਨ ਵੀ ਸਪੋਰਟ ਕਰਦੇ ਨੇ, ਪ੍ਰੈਜ਼ੀਡੈਂਟ ਜੋ ਬਾਈਡਨ ਜੀ, ਬਈ 10,000 ਪਰ ਸਟੂਡੈਂਟ ਆਪਾਂ ਮਾਫ ਕਰ ਦਈਏ। ਸੋ ਇਸ ਕਰਕੇ ਜਿਹੜਾ ਹੈਗਾ ਸਟੂਡੈਂਟ ਲੋਨ ਨੂੰ ਮਾਫ ਕਰਨਾ ਨਾ, ਇਹ ਕੋਈ ਬਹੁਤਾ ਵਧੀਆ ਨਹੀਂ ਹੈ, ਕਿਉਂਕਿ ਜਿਹੜੇ ਬੱਚੇ ਕਾਲਜ ਦੇ ਵਿੱਚ ਪੜ੍ਹ ਕੇ ਉਹਨਾਂ ਦੇ ਸਟੂਡੈਂਟ ਲੋਨ ਆ, ਤੇ ਉਹਨਾਂ ਜੌਬ ਵੀ ਤੇ ਵਧੀਆ ਵਾਈਟ ਕਲਰ ਜੌਬ, ਆਫਿਸ ਦੇ ਵਿੱਚ ਬਹਿਣ ਵਾਲੀ ਵਧੀਆ ਜੌਬ ਲੈਣੀ ਹੈ, ਤੇ ਐਟ ਦਾ ਸੇਮ ਟਾਈਮ ਜਿਹੜਾ ਬੱਚਾ ਹਾਈ ਸਕੂਲ ਗ੍ਰੈਜੂਏਟ ਹੋ ਕੇ ਜਿਹੜਾ ਏਅਰ ਕੰਡੀਸ਼ਨ ਹੀਟ ਦਾ ਮਕੈਨਿਕ ਬਣ ਗਿਆ, ਮੇਬੀ ਹੀ ਇਜ਼ ਮੇਕਿੰਗ $250 million ਨਾਓ, ਤੇ ਜਿਹੜਾ ਉਹਦੇ ਨਾਲ ਦਾ ਹਾਈ ਸਕੂਲ ਕਰਨ ਤੋਂ ਬਾਅਦ 4 ਸਾਲ ਕਾਲਜ ਤੇ 2 ਸਾਲ ਫਿਰ ਗ੍ਰੈਜੂਏਸ਼ਨ ਚ ਗਿਆ, ਤੇ ਉਹ ਹੋ ਸਕਦਾ ਉਹਦੇ ਤੇ 3 ਲੱਖ ਦਾ ਲੋਨ ਹੋਵੇ। ਹੁਣ ਇਹ ਸੈਂਸ ਨਹੀਂ ਬਣਦੀ ਵੀ ਜਿਹੜਾ ਹਾਈ ਸਕੂਲ ਤੋਂ ਬਾਅਦ ਜਿਹਨੇ ਮਿਹਨਤ ਕੀਤੀ ਆ, ਤੇ ਉਹ ਹੁਣ ਉਹਦਾ ਲੋਨ ਪੇ ਆਫ ਕਰੇ, ਇਹ ਸੈਂਸ ਨਹੀਂ ਬਣਦੀ। ਇਹ ਕਿਉਂਕਿ ਮੈਂ ਕਤੂਰ ਸਾਹਿਬ ਆਪਣੇ ਬਾਰੇ ਤੁਹਾਨੂੰ ਦੱਸਦੇ, ਸ਼ਾਇਦ ਬਹੁਤ, ਅਗਰ ਮੈਂ ਫੇਸਬੁੱਕ ਤੇ ਮੇਰੀ ਤੁਸੀਂ ਦੇਖੋ, ਕਿਉਂਕਿ ਮੈਂ ਆਪਣੇ ਆਪ ਨੂੰ ਕੰਜ਼ਰਵੇਟਿਵ ਸਾਈਡ ਮੰਨਦਾ, ਡੋਂਟ ਈਵਨ ਲਾਈਕ ਅਲਾਈਨ ਵਿਦ ਰਿਪਬਲਿਕਨ, ਕਿਉਂਕਿ ਰਿਪਬਲਿਕਨ ਵੀ ਜਿਹੜੇ ਹੈਗੇ ਇਸ ਵੇਲੇ ਜਿਹੜੀਆਂ ਦੋ ਹੀ ਪਾਰਟੀਆਂ ਨੇ ਨਾ, ਮੈਂ ਇਹਨਾਂ ਨੂੰ ਯੂਨੀ ਪਾਰਟੀ ਕਹਿਣਾ, ਰਿਪਬਲਿਕਨ ਐਂਡ ਡੈਮੋਕ੍ਰੇਟ, ਇਹ ਦੋ ਹੀ ਜਿਹੜੀ ਟੈਕਸ ਪੇਅਰ ਮਨੀ ਹੈਗੀ ਹੈ ਆਪਣੇ ਆਪਣੇ ਤਰੀਕੇ ਨਾਲ ਵੇਸਟ ਬਹੁਤੀ ਕਰਨੀ ਚਾਹੁੰਦੇ ਨੇ। They want to spend so much money. I'm not going to say I don't agree with you on that, because I agree with you on that. ਸਵਾਲ ਹੈ ਜਿਹੜਾ ਉਹ ਤੁਹਾਡੇ ਲਈ ਤੇ ਮੇਰੇ ਲਈ ਜਿਹੜਾ ਹੈਗਾ ਹੈ ਨਾ, ਲੋਕੀ ਮੈਨੂੰ ਕਹਿੰਦੇ ਆਖੇ ਜੀ ਤੂੰ ਹੈਗਾ ਤਾਂ ਡੈਮੋਕ੍ਰੇਟ ਆ, ਪਰ ਤੇਰੇ ਜਿਹੜੇ ਵਿਊਜ਼ ਹੈਗੇ ਉਹ ਰਿਪਬਲਿਕਨ ਵਾਲੇ ਆ। ਤਾਂ ਮੈਂ ਉਹਨਾਂ ਨੂੰ ਗੱਲ ਕਹਿਣਾ ਹੁੰਦਾ ਆ ਭਈ ਮੇਰੇ ਵਿਊਜ਼ ਰਿਪਬਲਿਕਨ ਵਾਲੇ ਨਹੀਂ ਹੈ, ਮੇਰੇ ਵਿਊਜ਼ ਜਿਹੜੇ ਹੈਗੇ ਆ those are based on the facts, and I'm talking about the facts. You put out the facts and work based on the facts, not ਪਈ ਐਵੇਂ ਹਵਾ ਦੇ ਵਿੱਚੋਂ ਨੰਬਰ ਖਿੱਚੀ ਜਾਓ ਤਾਂ ਸਿੱਟੀ ਜਾਓ। ਜੀ ਜੀ ਜੀ, ਠੀਕ ਹੈ ਨਾ। ਔਰ ਜਿੱਥੇ ਜਿਸ ਪੋਜੀਸ਼ਨ ਦੇ ਉੱਤੇ ਅਮਰੀਕਾ ਅੱਜ ਦੀ ਡੇਟ 'ਚ ਹੈਗਾ ਆ ਨਾ ਫਾਈਨੈਂਸ਼ੀਅਲੀ, ਉਹਦੇ ਵਿੱਚ ਜਿਹੜੀ ਮੈਸ ਬਣੀ ਆ, ਉਹਦੇ ਵਿੱਚ ਬਹੁਤ ਬੰਦੇ ਭਾਗੀਦਾਰ ਆ, ਔਰ ਜਿਹੜੇ ਬੰਦੇ ਭਾਗੀਦਾਰ ਆ ਉਹਨਾਂ ਨੂੰ ਕਿਸੇ ਵੀ ਸਟੇਜ ਦੇ ਉੱਤੇ ਕੋਈ ਸਜ਼ਾ ਨਹੀਂ ਹੋਈ ਹੈ। ਦੈਟ ਇਜ਼ ਦ ਬਿਗੇਸਟ ਇਸ਼ੂ ਫਾਰ ਮੀ। ਜਿੱਦਾਂ ਹੁਣ ਜਦੋਂ ਫਾਈਨੈਂਸ਼ੀਅਲ ਮਾਰਕੀਟ ਕ੍ਰੈਸ਼ ਹੋਈ ਆ, ਕਿੰਨੇ ਕੁ ਬੰਦੇ ਆ ਜਿਹੜੇ ਤੁਸੀਂ, ਤੁਹਾਡੀ ਨੌਲੇਜ, ਜਿਨ੍ਹਾਂ ਨੂੰ ਕੋਈ ਸਜ਼ਾ ਹੋਈ ਹੈ? ਹਾਂ, ਯਾ ਸੋ ਉਹਦੇ ਵਾਸਤੇ ਨਾ what we need to do is ਕਿ we have to have some sort of
dialogue within our own community, or and I'm really happy ਕਿ ਮੈਨੂੰ ਆਪਣੇ ਰਿਆੜ ਸਾਹਿਬ ਨੇ ਤੁਹਾਡੇ ਨਾਲ ਸਾਡਾ ਦੋਨਾਂ ਦਾ ਰਾਬਤਾ ਕਰਵਾਇਆ, ਇੰਟਰੋਡਕਸ਼ਨ ਕਰਾਈ ਹੈਗੀ ਆ ਕਿ we may belong to different parties but we have a very common ground, ਜਿਹੜੀ ਕਿ common ground ਕੋਈ ਵੀ ਬੰਦਾ ਆ ਜਿਹੜਾ ਉਹ ਇਸ ਵੇਲੇ ਨਾ ਡਿਸਕਸ ਕਰਨੇ ਨੂੰ ਤਿਆਰ ਹੈ, ਨਾ ਸੁਣਨੇ ਨੂੰ ਤਿਆਰ ਹੈ ਤੇ ਨਾ ਹੀ ਸੁਣਾਉਣੇ ਨੂੰ ਤਿਆਰ ਆ। ਪਰ ਇੱਕ ਚੀਜ਼ ਜਿਹੜੀ ਕਿ what I'm looking at, correct me if I'm wrong before we go out for the break, ਕਿ ਉਹ ਇਹ ਆ ਭਈ if it is possible ਆਪਣਾ ਸ਼ੋਅ ਆ ਜਿਹੜਾ ਨਾ the young generation ਹੈ ਜਿਹੜੀ if they start watching it, sure, that's what I'm looking at ਕਿ ਉਹ ਬੰਦੇ ਆ ਜਿਹੜੇ we need to pull out those young generation ਕਿ ਜਿਹੜੀ ਨਾ somehow have lost the foot on the ground in civic responsibilities in this country. There are very few people ਜੇ ਅਸੀਂ ਦੇਖੀਏ ਨਾ ਆਪਣੇ community ਦੇ ਵਿੱਚੋਂ who are engaged in this thing. They are good in studies, no doubt about it. They are excellent in businesses, no doubt about it. When they play great in the teams, whether they play in schools or in the colleges. But once they are done, they get into the jobs and that's it. So so what do you think on that part? What should be done? That is something which I want to discuss when your answer after we come back from the breaks. Let's take a break, and after the break we will be right back. ठीक है जी? Thank you. ਭਗਤੀ ਦਾ ਘਰ ਅਤੇ ਸਿੱਖੀ ਦਾ ਵਿਹੜਾ ਗੁਰਦੁਆਰਾ ਸੰਤ ਸਾਗਰ, ਜੋ ਅੰਮ੍ਰਿਤਸਰ ਤੋਂ ਧਾਰਮਿਕ ਅਤੇ ਵਿੱਦਿਆ ਵੰਡਣ ਦੇ ਸੁਪਨੇ ਨਾਲ ਨਿਊਯਾਰਕ ਦੇ ਗੁਰੂ ਘਰ ਤੋਂ ਸਿੱਖੀ ਦੇ ਪ੍ਰਚਾਰ ਵਾਸਤੇ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਵੀ ਕੌਮ ਨੂੰ ਸਿੱਖੀ ਨਾਲ ਜੋੜਨ ਲਈ ਸੇਧ ਦੇ ਰਿਹਾ। ਗੁਰੂ ਘਰ ਦੇ ਉਪਰਾਲਿਆਂ ਅੰਮ੍ਰਿਤਸਰ ਦੇ ਵਿੱਦਿਆ ਕੇਂਦਰ ਅਤੇ ਸੈਕਰਾਮੈਂਟੋ ਦੇ ਗੁਰੂ ਘਰ ਨਾਲ ਜੁੜਨ ਵਾਸਤੇ ਭਾਈ ਸੱਜਣ ਸਿੰਘ ਸਾਬਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਸੈਕਰਾਮੈਂਟੋ ਵਿੱਚ ਭਾਈ ਨਰਿੰਦਰ ਸਿੰਘ ਹੁੰਦਲ ਨਾਲ ਸੰਪਰਕ ਕਰਨ ਲਈ ਹੇਠ ਲਿਖੇ ਨੰਬਰਾਂ ਤੇ ਕਾਲ ਕਰੋ। ਬ੍ਰਾਊਨਸਟਾਊਨ ਮਿਸ਼ੀਗਨ ਮਿਡਵੈਸਟ ਦੀ ਨਾਮੀ ਟਰਾਂਸਪੋਰਟ ਕੰਪਨੀ ਸੰਧੂ ਟਰਾਂਸਪੋਰਟ ਕੰਪਨੀ ਮਿਡਵੈਸਟ ਟੂ ਨਾਰਥ ਈਸਟ, ਨਿਊਯਾਰਕ, ਮੈਰੀਲੈਂਡ, ਪੈਨਸਿਲਵੇਨੀਆ, ਨਿਊ ਜਰਸੀ ਅਤੇ ਟੈਕਸਸ, ਓਕਲਾਹੋਮਾ ਅਤੇ ਪੈਸੀਫਿਕ ਦੇ ਹਰ ਤਰ੍ਹਾਂ ਦੇ ਡਰਾਈ ਅਤੇ ਰੈਫਰੀਜਰੇਟਰ ਵਾਲੇ ਲੋਡ, ਮਿਸ਼ੀਗਨ ਟੂ ਇੰਡੀਅਨ ਐਪਲਸ ਲੋਕਲ ਲੋਡ ਵੱਡੀ ਗਿਣਤੀ ਵਿੱਚ ਓਨ ਆਪਰੇਟਰ ਅਤੇ ਡਰਾਈਵਰ ਵੀਰ ਸੰਪਰਕ ਕਰਨ। ਡਰਾਈਵਰ ਵੀਰਾਂ ਲਈ ਸਾਈਨ ਇਨ ਬੋਨਸ ਕਾਲ ਜੀ ਸੰਧੂ 7349312313 7346204900। ਇੰਡੀਅਨ, ਪਾਕਿਸਤਾਨੀ ਤੇ ਬੰਗਲਾਦੇਸ਼ੀ ਗਰੋਸਰੀ ਦਾ ਸਭ ਤੋਂ ਵੱਡਾ ਸਸਤਾ ਭੰਡਾਰ, ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ। ਭਾਰਤੀਆਂ ਦੇ ਗੜ ਐਡੀਸਨ ਵਿਖੇ ਤਾਜ਼ਾ ਸਬਜ਼ੀਆਂ ਤੇ ਗਰੋਸਰੀ ਤੋਂ ਇਲਾਵਾ ਹਰ ਵੇਲੇ ਨਾਲੋਂ ਨਾਲ ਰੋਟੀ, ਤਰ੍ਹਾਂ ਤਰ੍ਹਾਂ ਦੇ ਪਰੌਂਠੇ, ਸਮੋਸੇ, ਜਲੇਬੀਆਂ ਤੇ ਭਾਰਤੀਆਂ ਦੇ ਗਰਮਾ ਗਰਮ ਤਾਜ਼ਾ ਪਕਵਾਨ ਵੀ ਉਪਲਬਧ। ਨਿਊ ਜਰਸੀ ਦੇ ਜਰਸੀ ਸਿਟੀ ਵਿੱਚ ਸਭ ਸਹੂਲਤਾਂ, ਡੇਟਨ ਅਤੇ ਪੈਲਸਵੇਨੀਆ ਦੇ ਬੈਂਸਲਮ ਦੇ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਦੇ ਸਟੋਰ ਦੀ ਬਿਹਤਰੀਨ ਸਰਵਿਸ ਦਾ ਆਨੰਦ ਮਾਣੋ। 1700 ਔਕਟਰੀ ਰੋਡ, ਐਡੀਸਨ, NJ 08820 2975 John F. Kennedy Boulevard, Jersey City, NJ 07306 2631 Street Road, Baslam, PA 19020। 2201 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ, ਫਿਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 661 304 7500, 661 885 8858।
ਐਕਸੈਸ ਸੋਲਿਊਸ਼ਨ ਗਰੁੱਪ, ਸ਼ੈਡ, ਸਕੈਫੋਲਡਿੰਗ ਅਤੇ ਹੋਇਸਟ। ਪੰਜਾਬੀਆਂ ਦੀ ਨਿਊਯਾਰਕ ਵਿੱਚ ਇਮਾਰਤ ਸਾਜ਼ੀ ਦੀਆਂ ਲੋੜਾਂ ਦੇ ਲਈ ਵੱਡੀ ਕੰਪਨੀ ਐਕਸੈਸ ਸੋਲਿਊਸ਼ਨ ਗਰੁੱਪ, ਜੋ ਪ੍ਰੋਵਾਈਡ ਕਰਵਾਉਂਦੇ ਨੇ ਪਾਈਪਸ, ਸਕੈਫੋਲਡਿੰਗ, ਸਾਈਡ ਵਾਕ ਸ਼ੈਡ, ਐਨਕਲੋਜ਼ਰ, ਹੋਇਸਟ, ਐਲੀਵੇਟਰ, ਪਲੇਟਫਾਰਮ, ਸ਼ੋਰਿੰਗ ਤੇ ਡੈਬਰੀ ਸ਼ੋਇਟ। ਕੰਸਟਰਕਸ਼ਨ ਕੰਪਨੀਆਂ ਦੇ ਵਿੱਚ ਭਰੋਸੇਮੰਦ ਗਰੁੱਪ ਦਾ ਫਾਇਦਾ ਉਠਾਉਣ ਵਾਸਤੇ ਭੁਪਿੰਦਰ ਸਿੰਘ ਬੋਪਾਰਾਏ ਨੂੰ 212 321 0045 ਤੇ ਕਾਲ ਕਰੋ। ਐਕਸੈਸ ਸੋਲਿਊਸ਼ਨ ਗਰੁੱਪ। ਗਲੋਬਲ ਫਰਾਈਟ ਕਰੀਅਰ ਇੰਕ, ਟਰੱਕਿੰਗ ਦੀਆਂ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ, ਟਰੱਕ ਰਿਪੇਅਰ, 24 ਘੰਟੇ ਰੋਡ ਸਰਵਿਸ, ਵਰਲਡ ਵਾਈਡ ਟਰੱਕ ਟ੍ਰੇਲਰ ਲੀਜ਼ ਐਂਡ ਸੇਲ, ਜਿਸ ਵਿੱਚ ਰੀਫਰ, ਡਰਾਈਵਰ ਵੈਨ, ਫਲੈਟ ਬੈਡ, ਟਰੈਕਟਰ ਸਭ ਸ਼ਾਮਿਲ ਨੇ। ਗਲੋਬਲ ਫਰਾਈਟ ਔਨ ਆਪਰੇਟਰਾਂ ਅਤੇ ਡਰਾਈਵਰਾਂ ਨੂੰ ਵੀ ਹਾਇਰ ਕਰਦਾ ਹੈ। ਵਧੇਰੀ ਜਾਣਕਾਰੀ ਲਈ ਅਵਤਾਰ ਸਿੰਘ ਵੜਿੰਗ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। S&S ਬ੍ਰੋਕਰਸ ਇਨਕਾਰਪੋਰੇਸ਼ਨ ਨਿਊ ਜਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲਿਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। ਹਾਂਜੀ ਵਿਦੇਸ਼ਾ ਸਾਹਿਬ, ਹੁਣ ਜਵਾਬ ਦਿਓ ਜਿਹੜਾ ਆਪਾਂ ਬ੍ਰੇਕ ਵੇਲੇ ਸਵਾਲ ਕੀਤਾ ਸੀ। ਜੀ, ਉਹ ਤੁਹਾਡਾ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਦੂਰ ਸਾਹਿਬ ਕਿ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈਗੀ ਆ, ਅਸੀਂ ਇਮੀਗ੍ਰੈਂਟ ਆ, ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਅਸੀਂ ਫਾਈਨੈਂਸ਼ੀਅਲੀ ਸਕਸੈਸਫੁਲ ਹੋਈਏ, ਤੇ ਹੁੰਦੇ ਕੀ ਹੈਗੇ ਆ। ਇਸੇ ਕਰਕੇ ਸਾਡੀ ਜਿਹੜੀ ਅੱਜ ਐਵਰੇਜ ਇਨਕਮ ਆ, ਉਹ ਐਵਰੇਜ ਜਿਹੜੀ ਜਿਹਨਾਂ ਨੂੰ ਆਪਾਂ ਰਿਚ ਕਹਿੰਦੇ ਆ ਵਾਈਟ ਅਮਰੀਕਨ, ਉਹਦੇ ਨਾਲੋਂ ਹਾਊਸ ਹੋਲਡ ਇਨਕਮ ਕ੍ਰਾਸ ਕਰ ਗਈ ਹੈ। We are on the top. The Asians are on the top, no doubt about it. ਸੋ ਇਸ ਕਰਕੇ ਪਰ ਅਸੀਂ ਜਿਹੜੀ ਸਾਡੀ ਇਹ ਜ਼ਿੰਮੇਵਾਰੀ ਹੈਗੀ ਸਿਵਿਕ, ਇਹਦੇ ਤੋਂ ਥੋੜਾ ਜਿਹਾ ਦੂਰ ਹੈਗੇ ਆ, ਤੇ ਸਾਨੂੰ ਲੋੜ ਨਵੀਂ ਜਨਰੇਸ਼ਨ ਨੂੰ ਉਹਨਾਂ ਨੂੰ ਮੋਟੀਵੇਟ ਕਰੀਏ ਵੀ ਜਿਹੜੀ ਇਹਨੂੰ ਇਹ ਨਾ ਸਮਝੋ ਕਿ ਪਾਵਰ ਹੈਗੀ ਪੋਲੀਟਿਕਸ, ਇਹਦੇ ਵਿੱਚ ਸਾਨੂੰ ਸ਼ਾਮਲ ਹੋ ਕੇ ਇਹ ਜਿਹੜੀ ਸਾਡੀ ਜ਼ਿੰਮੇਵਾਰੀ ਹੈ, ਜਿਵੇਂ ਪ੍ਰੈਜ਼ੀਡੈਂਟ JF ਕੈਨੇਡੀ ਨੇ ਕਿਹਾ ਸੀ, ਤੁਸੀਂ ਇਹ ਨਾ ਪੁੱਛੋ ਕੰਟਰੀ ਤੁਹਾਡੇ ਲਈ ਕੀ ਕਰਦੀ ਹੈ, ਦੇਖੋ ਤੁਸੀਂ ਕੰਟਰੀ ਲਈ ਕੀ ਕਰ ਰਹੇ ਹੋ। ਸਾਨੂੰ ਅੱਜ ਲੋੜ ਹੈ ਇਸ ਸਿਸਟਮ ਦੇ ਵਿੱਚ ਵੜ ਕੇ, ਇਸ ਸਿਸਟਮ ਦੇ ਵਿੱਚ ਜਿਹੜੀਆਂ ਸੁਵਿਧਾ ਹੋਣ ਵਾਲੀਆਂ ਹੈਗੀਆਂ ਉਹਦੇ ਵੱਲ ਅਸੀਂ ਫੋਕਸ ਕਰੀਏ। ਸੋ ਇਸ ਕਰਕੇ ਮੈਂ ਤੁਹਾਡੇ ਨਾਲ ਪੂਰਾ ਸਹਿਮਤ ਹਾਂ ਵੀ ਸਾਨੂੰ ਵੱਧ ਤੋਂ ਵੱਧ ਜਿਹੜਾ ਸਾਡੀ ਸੈਕੰਡ ਜਨਰੇਸ਼ਨ ਆ, ਕਿਵੇਂ ਨਾ ਕਿਵੇਂ ਉਹਨਾਂ ਨੂੰ ਵਿੱਚ ਇਨਵੋਲਵ ਕਰਨ ਦੀ ਲੋੜ ਹੈ। ਜਿਹੜਾ ਨਾ ਨੈਕਸਟ ਸ਼ੋ ਆਪਾਂ ਇਕੱਠਿਆਂ ਨੇ ਕਰਨਾ ਨਾ, ਉਹਦੇ ਵਿੱਚ just letting you know ਕਿ I would like to dissect what happened on January 6th from your perspective, ਕਿਉਂਕਿ I live in New York City, even though Long Island में जाना है, Long Island is Republican, but farther Long Island is more Republican than where I am. I have seen all those rallies and everything going in front of me and passing from me. So January 6th ਦਾ ਜਿਹੜਾ ਇਸ਼ੂ ਆ ਨਾ, in detail ਜਿਹੜੇ next program ਆਪਾਂ ਕਰਨਾ ਉਹ 'ਚ ਮੈਂ discuss ਕਰੂੰਗਾ, ਪਰ there is one more thing which I would like to discuss with you for going for the break, because after this break then ਤੁਸੀਂ ਫਿਰ free ਹੋ ਆਪਣੇ ਕੰਮਾਂ ਕਾਰਾਂ ਲਈ, ਤੇ ਮੈਂ ਫਿਰ then I will be doing another few minutes. ਜਿਹੜਾ ਨਾ ਇਸ਼ੂ ਆ ਰਹੇ ਹੈਗੇ ਆ ਮੂਹਰੇ ਜੀ, ਉਹ ਇਹ ਆ ਰਹੇ ਹੈਗੇ ਆ, ਤੁਸੀਂ ਵੋਟਰਸ ਦੀ ਗੱਲ ਕੀਤੀ ਹੈਗੀ ਆ, ਵੋਟਰ ਸੁਪਰੈਸ਼ਨ ਦੀ ਗੱਲ ਆ ਜਿਹੜੀ ਜੀ, ਤੁਸੀਂ ਕਿੰਨਾ ਫਰਾਡ ਦੇਖਿਆ ਵੋਟਰ ਦਾ? ਦੇਖੋ, ਪਹਿਲੀ ਗੱਲ ਤੇ ਇਹ ਹੈ, ਜਿਹੜਾ ਵੋਟਰ ਇਹ ਰੈਗੂਲਰਿਟੀ ਹੈਗੀ ਆ, ਇਹ ਕੋਈ 2020 ਇਲੈਕਸ਼ਨ ਚ ਨਹੀਂ, ਇਹ ਹਰ ਇੱਕ ਇਲੈਕਸ਼ਨ ਚ ਹੁੰਦੀ ਹੈ। ਬਲੈਕ ਸ਼ਿਕਾਗੋ ਲੇਟ 60s ਦੇ ਵਿੱਚ ਵੀ ਵੋਟਰ ਫਰਾਡ ਹੋਇਆ ਸੀ, ਕਿਉਂਕਿ ਇੱਕ ਕਾਉਂਟੀ ਦੇ ਵਿੱਚ ਟੋਟਲ ਵੋਟ ਨਾਲੋਂ ਵੋਟਾਂ ਪੋਲ ਜ਼ਿਆਦਾ ਹੋ ਗਈਆਂ ਸੀ। ਸੋ ਕਿਤੇ ਨਾ ਕਿਤੇ ਇਰੈਗੂਲਰਿਟੀ ਹੁੰਦੀਆਂ ਨੇ, ਪਰ ਉਹ ਇਰੈਗੂਲਰਿਟੀਆਂ ਇੰਨੀਆਂ ਨਹੀਂ ਹੋਈਆਂ 2020 ਦੇ ਵਿੱਚ ਜੋ ਕਿ ਇਲੈਕਸ਼ਨ ਦਾ ਰਿਜ਼ਲਟ ਬਦਲਦੇ। ਹੋਈਆਂ ਜ਼ਰੂਰ ਨੇ ਹੀਅਰ ਐਂਡ ਦੇਅਰ, ਜਿਹਨੂੰ ਆਪਾਂ ਤੂਰ ਸਾਹਿਬ ਇਹ ਕਹਿ ਸਕਦੇ ਹਾਂ, ਕੁਝ ਵੋਟਾਂ ਇੱਥੇ, ਕੁਝ ਇੱਥੇ, ਕੁਝ ਇੱਥੇ। ਇਹ ਵੀ ਆਪਾਂ ਬਿਲਕੁਲ ਡਿਨਾਈ ਨਹੀਂ ਕਰ ਸਕਦੇ ਕਿ ਬਿਲਕੁਲ ਨਹੀਂ ਹੋਈਆਂ,
ਪਰ ਉਹ ਹੁੰਦੀਆਂ ਨੇ ਜਿਹੜਾ ਉਹਦੇ ਵਿੱਚ। ਹਾਂਜੀ ਨਾ ਮੇਰਾ ਇਸ਼ੂ ਆ ਨਾ ਭਾਜੀ, ਦੇਖੋ ਤੁਸੀਂ ਲੱਖ ਵੋਟ ਪਾਉਂਦੇ ਹੋ ਜੀ ਲੱਖ ਦੇ ਵਿੱਚੋਂ ਇੱਕ ਵੋਟ ਜੇ ਗਲਤ ਨਿਕਲ ਜਾਂਦੀ ਆ ਨਾ, ਜੀ I will not call that irregularity. Irregularity is ਕਿ ਲੱਖ ਦੇ ਵਿੱਚੋਂ ਜੇ 10,000 ਵੋਟਾਂ ਪੈ ਗਈਆਂ ਤੇ ਉਹਨਾਂ ਨੇ ਰਿਜ਼ਲਟ ਹੈ ਜਿਹੜਾ ਖੱਬਿਓਂ ਸੱਜੇ ਕਰ ਦਿੱਤਾ। ਯੈਸ, ਜਿਹੜੇ ਇਸ਼ੂ ਆ ਨਾ ਮੇਰੇ ਹਿਸਾਬ ਨਾਲ ਵੋਟਰਸ ਦੇ, ਵੋਟਿੰਗ ਮਸ਼ੀਨਸ ਦੇ, ਕਿਉਂਕਿ this is also a topic which I think we will need the whole show to dissect inside out, but right now I just want to grab your mind ਕਿਉਂਕਿ you live in that red state ਜਿੱਥੇ ਕਿ ਤੁਸੀਂ ਹਥਿਆਰ ਆ ਜਿਹੜੇ ਕੈਰੀ ਕਰ ਸਕਦੇ ਹੋ, ਔਰ ਮੈਨੂੰ ਨਹੀਂ ਪਤਾ ਵੀ ਤੁਹਾਡੇ ਕੋਲ ਕੋਈ ਗਨ ਹੈ ਜਾਂ ਨਹੀਂ ਹੈ। ਤੇ do you have any weapon at home? No, I don't have gun right now at home. No, you don't. No, you don't. Okay. ਨਹੀਂ ਰੱਖਦੀ, ਪਰ ਮੈਂ ਤਾਂ ਤੁਸੀਂ ਗੱਲ ਕੀਤੀ ਆ, ਮੈਂ ਨਾ ਪ੍ਰਾਊਡਲੀ ਓਨ ਕਰਦਾ ਹੈਗਾ ਇਸ ਵੀਡੀਓ ਇੰਡੀਆ ਦੇ ਵਿੱਚ ਪਈ ਹੈ ਵਿੰਚੈਸਟਰ ਦੀ 32 ਸਪੈਸ਼ਲ ਗਨ। ਉਹ ਬੜੀ ਲਿਮਟਿਡ ਐਡੀਸ਼ਨ ਆ, ਈਵਨ ਅਮਰੀਕਾ 'ਚ ਅੱਜ ਵੀ ਹੰਟਿੰਗ ਲਈ ਉਹ ਟੌਪ ਗਨ ਯੂਜ਼ਡ ਹੈ। ਐਕਚੁਅਲੀ ਜਿਹੜੀ ਵਿੰਚੈਸਟਰ ਦੀ 30 ਵਾਲੀ ਹੈ ਉਹ ਯੂਜ਼ ਹੁੰਦੀ ਹੈ, 32 ਬੜੀ ਘੱਟ ਹੈ ਕਿਉਂਕਿ ਉਹਦੇ ਵਿੱਚ ਜਿਹੜਾ ਬੁਲਟ ਪੈਂਦਾ ਉਹ 170 ਮਿਲੀਗ੍ਰਾਮ ਦਾ ਪੈਂਦਾ ਕੰਪੇਅਰ ਟੂ 150 ਜਿਹੜਾ 30 ਚ ਪੈਂਦਾ। ਸੋ ਗਨ ਨੂੰ ਆਪਾਂ ਸਾਰੇ ਪਿਆਰ ਕਰਦੇ ਆ, ਪਰ ਕਈ ਵਾਰੀ ਬੱਚੇ ਤੇ ਵਾਈਫ ਤੁਹਾਨੂੰ ਪਤਾ ਹੈ ਉਹ ਕਹਿੰਦੇ ਨੇ ਨਹੀਂ ਜੀ ਉਹਨਾਂ the reason I asked is ਕਿ it's not ਕਿ ਮੈਂ ਐਂਟੀ ਗਨ ਹਾਂ, ਕਿਉਂਕਿ this is the first time even ਜਿਹੜੇ ਆਪਣੇ ਸਰੋਤੇ ਵੀ ਆ ਉਹਨਾਂ ਨੂੰ ਸ਼ਾਇਦ ਪਹਿਲੀ ਵਾਰੀ ਪਤਾ ਲੱਗਣਾ ਜਦ ਹੁਣੀ ਇਹ ਗੱਲ ਸੁਣਨੀ ਆ ਤਾਂ ਭਈ ਮੈਂ I grew up myself hunting। ਮੈਂ 5ਵੀਂ 'ਚ ਹੁੰਦਾ ਸੀ ਜਦੋਂ ਦਨਾਲੀ ਚੱਕ ਕੇ ਜਾ ਕੇ ਤਾਂ ਕਬੂਤਰ ਮਾਰ ਕੇ ਲਿਆਉਂਦਾ ਹੁੰਦਾ ਸੀ। ਠੀਕ ਹੈ ਜੀ, ਕਾਰਤੂਸ ਅਸੀਂ ਘਰ ਫਿਲ ਕਰਦੇ ਹੁੰਦੇ ਸੀਗੇ, ਅਸੀਂ ਮਸ਼ੀਨ ਘਰ ਹੁੰਦੀ ਸੀ ਹਾਂਜੀ। ਸੋ ਮੇਰੇ ਵਾਸਤੇ ਨਾ I'm not anti-gun person, but I am anti-AR-16, AR-17 ਜਿਹੜੇ ਵੈਪਨਾਈਜੇਸ਼ਨ ਹੈ ਨਾ, ਜਿਹੜਾ ਤੁਸੀਂ ਵਾਰ ਦੇ ਵਿੱਚ ਅਗੇਂਸਟ ਦੇ ਐਨੀਮੀਜ਼ ਯੂਜ਼ ਕਰਨਾ ਹੁੰਦਾ। I'm against those weapons। ਪਈ ਤੂਰ ਨੂੰ ਕਿਉਂ ਰਾਈਟ ਹੋਵੇ AR-16 ਰੱਖਣ ਦਾ, ਵਿਦੇਸ਼ਾ ਸਾਹਿਬ ਨੂੰ ਕਿਉਂ ਰਾਈਟ ਹੋਵੇ AR-16 ਰੱਖਣ ਦਾ। ਅਸੀਂ ਤੂਰ ਤੇ ਵਿਦੇਸ਼ਾ ਸਾਹਿਬ ਇੱਕੋ ਮੁਲਕ ਦੇ ਬਰਾਬਰ ਹੱਕਾਂ ਦੇ ਬਸਿੰਦੇ ਆ, ਔਰ ਅਸੀਂ ਇੱਕ ਦੂਜੇ ਨੂੰ ਕਿਉਂ we should have AR-16 ਕਿ ਜਿਹਦੇ ਨਾਲ ਇੰਨੇ ਕੁ ਬੁਲਟ ਐਟ ਏ ਟਾਈਮ ਨਿਕਲਣੇ ਹੈਗੇ ਆ ਕਿ ਜਿਹਦੇ ਨਾਲ ਨਾ ਬੰਦਾ ਪਛਾਣਨਾ ਮੁਸ਼ਕਲ ਹੋ ਜਾਣਾ if the person the bullet hit the face of the person। So I would like to hear your thoughts on that part, not about hunting, because like I just mentioned I used to do it। ਹਾਂਜੀ ਦੇਖੋ ਦੂਰ ਸਾਹਿਬ ਜਿਹੜੀ ਤੁਸੀਂ ਕਿਉਂਕਿ ਅੱਜ ਜਿਹੜੀ ਡੈਮੋਕ੍ਰੇਟ ਪਾਰਟੀ ਕੰਟਰੋਲ ਕਰਦੀ ਆ ਦੋ ਹੀ ਬ੍ਰਾਂਚਾਂ ਨੂੰ, ਤੇ ਉਹਦੇ ਵਿੱਚ ਉਹਨਾਂ ਦਾ ਆਲਰੇਡੀ ਏਜੰਡਾ ਗਨ ਕੰਟਰੋਲ ਦਾ ਆਲਰੇਡੀ ਫਲੋਟ ਉਹ ਕਰ ਰਹੇ ਨੇ। ਆਪਣੀ ਟੈਕਸਸ ਦੀ ਜਿਹੜੀ ਕਾਂਗਰਸ ਵੂਮਨ ਹੈਗੀ ਸ਼ੀਲਾ ਜੈਕਸਨ, ਤੇ ਉਹਨੇ ਆਲਰੇਡੀ ਹਾਊਸ ਦੇ ਵਿੱਚ ਹਾਊਸ ਬਿੱਲ 40 ਇੰਟਰੋਡਿਊਸ ਕਰ ਦਿੱਤਾ। ਹਾਲਾਂਕਿ ਉਹਦੇ ਜਾਣ ਦੇ ਕਿਤੇ ਵੀ ਦੂਰ ਜਾਣ ਦੇ ਚਾਂਸਸ it's not going anywhere, you know that, I know that, that's a political stunt, that is political stunt। ਜਦੋਂ ਕੋਈ ਨਾ ਮੈਂ ਕਹਾਂਗਾ ਜਿਹੜੇ ਲੈਫਟ ਵਿੰਗ ਵਾਲੇ ਆ ਉਹ ਇਹਨਾਂ ਜ਼ਿਆਦਾ ਉਹ ਰਜਿਸਟਰੀ ਦੀ ਗੱਲ ਕਰਦੇ ਆ, ਉਹ ਇਹ ਦੱਸੋ ਜੀ ਤੁਸੀਂ ਗਨ ਜਿਹੜੀ ਲਈ ਆ ਉਹ ਘਰ 'ਚ ਤੁਹਾਡੇ ਕਿੱਥੇ ਪਈ ਆ, ਤੇ ਦੈਟਸ ਨੌਨਸੈਂਸ। ਸੋ ਇਸ ਕਰਕੇ ਜਿਹੜਾ ਈਵਨ ਆਪਣੇ ਸੁਪਰੀਮ ਕੋਰਟ ਦੇ ਜਸਟਿਸ ਨੇ ਵੀ ਜਿਹੜੇ ਜਿਹਨਾਂ ਨੂੰ ਲਾ ਕੇ ਆਪਾਂ ਬਹੁਤ ਜ਼ਿਆਦਾ ਕੰਜ਼ਰਵੇਟਿਵ ਕਹਿੰਦੇ ਆ, ਉਹਨਾਂ ਨੇ ਵੀ ਇੱਕ ਵਾਰੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਸੈਕੰਡ ਅਮੈਂਡਮੈਂਟ ਤੇ ਆਪਾਂ ਗੱਲ ਕਰ ਸਕਦੇ ਆ ਵੀ ਹਾਊ ਫਾਰ ਸੈਕੰਡ ਅਮੈਂਡਮੈਂਟ ਗੋ। ਸੋ ਇਸ ਕਰਕੇ ਜਿਹੜੇ ਬਹੁਤੇ ਵੱਡੇ ਵੈਪਨ ਨੇ ਉਹਨਾਂ ਬਾਰੇ ਜ਼ਰੂਰ ਸਰਕਾਰ ਨੂੰ ਸੋਚਣਾ ਚਾਹੀਦਾ, ਪਰ ਐਟ ਦਾ ਸੇਮ ਟਾਈਮ ਜਿਹੜੇ ਆਮ ਵੈਪਨਸ ਹੈਗੇ ਨੇ ਨਾ ਉਹਨਾਂ ਵੱਲ ਉਹਦੇ ਤੇ ਬੈਨ ਲਾ ਦਿਓ ਜੀ, ਰਜਿਸਟਰੀ ਲਾ ਦਿਓ। ਹੁਣ ਕੈਲੀਫੋਰਨੀਆ 'ਚ ਆਲਰੇਡੀ ਰਜਿਸਟਰੀ ਹੈਗੀ ਆ, ਰਾਈਟ। ਸੋ ਉੱਥੇ ਕਿਤੇ ਕ੍ਰਾਈਮ ਘਟ ਗਏ ਨੇ? ਨਹੀਂ। ਸੋ ਇਸ ਕਰਕੇ ਨਾ ਇਹਨਾਂ ਦੋਨਾਂ ਪਾਸੇ ਵਾਲਿਆਂ ਨੂੰ ਤਾਂ ਬਹਿ ਕੇ ਇਹਦਾ ਸੋਲੂਸ਼ਨ ਲੱਭਣਾ ਚਾਹੀਦਾ, ਨਾ ਕਿ ਸਿਰਫ ਤੇ ਸਿਰਫ ਪੋਲੀਟੀਕਲ, ਕਿਉਂਕਿ ਦੋ ਹੀ ਤੂਰ ਸਾਹਿਬ ਪਾਰਟੀਆਂ ਆਪਣਾ ਬੇਸ ਐਨਰਜਾਈਜ਼ ਕਰਦੀਆਂ ਨੇ ਵੀ ਮੈਨੂੰ ਵੋਟਾਂ ਕਿੱਥੋਂ ਮਿਲਦੀਆਂ ਨੇ। ਸੋ ਇਸ ਕਰਕੇ ਰੀਅਲ ਪ੍ਰੋਬਲਮ ਜਿਹੜੀ ਹੈਗੀ ਆ ਉਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ, ਤੇ ਉਹ ਇੱਕ ਪਾਸੇ ਸ਼ੀਲਾ ਜੈਕਸਨ ਬਿੱਲ ਪੇਸ਼ ਕਰ ਰਹੀ ਹੈ ਜਿਹੜਾ ਬਿਲਕੁਲ ਸੈਂਸਰੀ ਬਣਦਾ, ਤੇ ਪਾਸ ਵੀ ਨਹੀਂ ਹੋਣਾ, ਡੈਮੋਕ੍ਰੇਟ ਨੇ ਵੀ ਨਹੀਂ ਵੋਟ ਪਾਉਣੀ, ਉਹਨੇ ਹੋਣਾ ਹੀ ਨਹੀਂ। ਇਟਸ ਨਾਟ ਗੋਇੰਗ ਟੂ ਗੋ ਐਨੀਵੇਅਰ। ਮੈਂ ਤਾਂ ਤੁਹਾਨੂੰ ਕਿਹਾ, ਉਹ ਕਹਿੰਦੇ ਹੁੰਦੇ ਨਾ ਇਹਨਾਂ ਦੇ ਨਾ ਆਪਣੇ ਜਦ ਬਜਟ ਆਉਂਦਾ ਨਾ ਪ੍ਰੈਜ਼ੀਡੈਂਟ ਵੱਲੋਂ, ਹਾਂਜੀ, ਡਜ਼ਨਟ ਮੈਟਰ ਉਹ ਜਿਹੜੀ ਮਰਜ਼ੀ ਹੋਵੇ, ਜਾਂ ਰਿਪਬਲਿਕਨ ਸੀ ਟਰੰਪ ਲਿਆਉਂਦਾ ਰਿਹਾ ਬਜਟ,
Republican were majority in House and majority in Senate, but still ਜਦ ਬਜਟ ਉਹਦਾ ਆਉਂਦਾ ਹੁੰਦਾ ਸੀ ਨਾ, ਪੇਸ਼ ਹੁੰਦਾ ਸੀ ਪਹਿਲੇ ਦਿਨ ਜਦੋਂ ਹਾਊਸ ਨੂੰ ਡਿਲੀਵਰ ਕਰਦਾ ਹੁੰਦਾ ਸੀ, ਉਦੋਂ ਨਾ ਉਹ ਇੱਕ ਟਰਮ ਯੂਜ਼ ਕਰਦੇ ਆ DOA, dead on arrival. Yeah, you know that, I know that. So those are the things ਜਿਹੜੀਆਂ ਕਿ ਹੈਗੀਆਂ ਆ, these kind of bills ਜਿਹੜੇ ਹੁੰਦੇ ਨਾ, ਕਈ ਵਾਰੀ ਉਹ ਆਪਣੇ ਬੇਸ ਨੂੰ ਖੁਸ਼ ਕਰਨੇ ਨੂੰ they introduce it and they can go back and they can brag about it ਕਿ ਜੀ ਮੈਂ ਕੋਸ਼ਿਸ਼ ਕੀਤੀ ਪਰ ਪਾਸ ਨਹੀਂ ਹੋਇਆ. It's not ਕਿ ਉਹਨਾਂ ਨੇ ਕੋਸ਼ਿਸ਼ ਕੀਤੀ, it is like they just did a drama to do something. But anyway, ਇੱਕ ਹੋਰ ਚੀਜ਼ before we take the break and I let you go, ਇੱਕ ਚੀਜ਼ ਹੋਰ ਜਿਹਦੇ ਉੱਤੇ ਨਾ I would like you to at least say something today. What do you think about independent voters? ਜਿਹੜੇ ਇੰਡੀਪੈਂਡੈਂਟ ਵੋਟਰ ਹੈਗੇ ਨੇ ਅਮਰੀਕਾ ਦੇ ਵਿੱਚ ਨਾ, ਤੇ ਇਸ ਵੇਲੇ ਤੁਹਾਨੂੰ ਪਤਾ ਦੋਨਾਂ ਪਾਰਟੀਆਂ ਤੋਂ ਡਿਸਟਰਬ ਹੋ ਕੇ ਮੋਰ ਐਂਡ ਮੋਰ ਪੀਪਲ ਜਿਹੜੇ ਹੈਗੇ ਨੇ ਇੰਡੀਪੈਂਡੈਂਟ ਰਜਿਸਟਰ ਕਰਵਾ ਰਹੇ ਨੇ, ਨਾਟ ਮੋਰ ਦੈਨ ਯੂਜ਼ਡ ਟੂ ਬੀ। ਉਹ ਰਿਪਬਲਿਕਨ ਤੋਂ ਵੀ ਭਰੇ ਜਾ ਰਹੇ ਨੇ ਤੇ ਡੈਮੋਕ੍ਰੇਟ ਤੋਂ ਵੀ ਭਰੇ ਜਾ ਰਹੇ ਨੇ, ਕਿਉਂਕਿ ਜਿਹੜੇ ਇੰਡੀਪੈਂਡੈਂਟ ਵੋਟਰ ਹੈਗੇ ਨੇ ਉਹ ਆਲਰੇਡੀ ਟਾਇਰਡ ਹੈਗੇ ਆ ਅਲਟਰਾ ਲੈਫਟ ਤੇ ਅਲਟਰਾ ਰਾਈਟ ਵਿੰਗ ਤੋਂ। ਉਹ ਦੇ ਆਰ ਲੁਕਿੰਗ ਸਮਬਡੀ ਇਨ ਦ ਸੈਂਟਰ। ਤੇ ਈਵਨ ਆਪਾਂ ਵਾਪਸ ਨਾ ਜਾਈਏ, ਜਿਹੜੀ ਪ੍ਰੈਜ਼ੀਡੈਂਟ ਜੋ ਬਾਈਡਨ ਦੀ ਜਿੱਤ ਵੀ ਹੋਈ ਹੈ ਨਾ, ਕਿਤੇ ਨਾ ਕਿਤੇ ਆਪਾਂ ਮੰਨੀਏ ਨਾ ਮੰਨੀਏ, ਕਿਉਂਕਿ ਇਹਨਾਂ ਨੂੰ ਡੈਮੋਕ੍ਰੇਟ ਪਾਰਟੀ ਨੇ ਬੜਾ ਵਧੀਆ ਕੀਤਾ, ਇਹਨਾਂ ਨੇ ਬਰਨੀ ਸੈਂਡਰ ਨੂੰ ਛੱਡ ਕੇ ਜੋ ਬਾਈਡਨ ਨੂੰ ਲਿਆਂਦਾ, ਕਿਉਂਕਿ ਇਹਨੂੰ ਇਹਨਾਂ ਨੇ ਪੇਸ਼ ਕੀਤਾ ਸੈਂਟਰਿਸਟ ਮਾਡਰੇਟ ਡੈਮੋਕ੍ਰੇਟ। ਇਸੇ ਕਰਕੇ ਇਹਦਾ ਦੁਬਾਰਾ ਮਿਸ਼ੀਗਨ, ਵਿਸਕੌਨਸਨ ਤੇ ਪੈਨਸਿਲਵੇਨੀਆ ਜੋ ਇਹ ਜਿੱਤਿਆ ਹੈਗਾ, ਤੇ ਈਵਨ ਜਾਰਜੀਆ ਵੀ। ਸੋ ਇਸ ਕਰਕੇ ਜਿਹੜੇ ਇੰਡੀਪੈਂਡੈਂਟ ਵੋਟਰ ਨੇ ਨਾ, ਉਹ ਦੇਖਦੇ ਆ ਵੀ ਕਿਤੇ ਕਿਤੇ ਉਹ ਇਹ ਵੀ ਫੀਲ ਕਰਦੇ ਆ ਵੀ ਜੇ ਬਹੁਤਾ ਜ਼ਿਆਦਾ ਅਲਟਰਾ ਲੈਫਟ ਵੱਲ ਜਾ ਕੇ ਤੇ ਦੇਸ਼ ਜਿਹੜਾ ਹੈਗਾ ਉਹਦਾ ਇਕਨੋਮਿਕਲੀ ਸਤਿਆਨਾਸ਼ ਹੋ ਜਾਏਗਾ। ਤੇ ਦੂਸਰੇ ਪਾਸੇ ਉਹ ਜਿਹੜੀਆਂ ਰਾਈਟ ਵਿੰਗ ਜਿਹੜਾ ਹੈਗਾ ਨਾ, ਉਹਦੀਆਂ ਪਾਲਿਸੀ ਨਾਲ ਵੀ ਸਹਿਮਤ ਨਹੀਂ। ਉਹ ਕਿਤੇ ਨਾ ਕਿਤੇ ਕਾਮਨ ਸੈਂਸ। ਮੈਂ ਇਹਦੇ ਨਾਲ ਇੱਕ ਤੁਹਾਨੂੰ ਉਦਾਹਰਨ ਜੋੜ ਕੇ ਦੱਸਦਾ ਵੀ ਇੰਡੀਪੈਂਡੈਂਟ ਵੋਟਰ ਕਿਵੇਂ ਕੰਮ ਕਰਦੇ ਆ। ਕੈਲੀਫੋਰਨੀਆ ਦੇ ਵਿੱਚ ਜੋ ਬਾਈਡਨ ਨੂੰ ਜਿਹੜੀਆਂ ਵੋਟਾਂ ਹੈਗੀਆਂ, ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜੀਆਂ ਹੈਗੀਆਂ ਆਲਮੋਸਟ 34% ਵੋਟਾਂ ਪਈਆਂ, ਬਾਕੀ 66% ਜਿਹੜੀਆਂ ਵੋਟਾਂ ਨੇ ਉਹ ਜੋ ਬਾਈਡਨ ਜੀ ਨੂੰ ਮਿਲੀਆਂ। ਪਰ ਉਸੇ ਬੈਲਟ ਦੇ ਉੱਤੇ 57% ਪ੍ਰੈਪੋਜੀਸ਼ਨ 16 ਇਨ ਕੈਲੀਫੋਰਨੀਆ ਪਾਸ ਹੋਈ, ਮਤਲਬ ਫੇਲ ਹੋਈ ਆ। ਜੋ ਪ੍ਰੈਪੋਜੀਸ਼ਨ 16 ਜਿਹੜੀ ਅਲਟਰਾ ਲੈਫਟ ਵਾਲੇ ਨੇ ਲੈ ਕੇ ਆਂਦੀ ਸੀ ਨਾ, ਉਹਦੇ ਵਿੱਚ ਕੰਸਟੀਟਿਊਸ਼ਨ ਦੇ ਉਹਨਾਂ ਵਿੱਚ ਅਮੈਂਡਮੈਂਟ ਕਰਨ ਲਈ, ਜੋ ਕਿ 1996 ਦਾ ਜਿਹੜਾ ਪ੍ਰੈਪੋਜੀਸ਼ਨ 209 ਦੇ ਨਾਲ ਜਿਹੜਾ ਉੱਥੇ ਬਿੱਲ ਪਾਸ ਹੋਇਆ, ਜਿਹੜੀ ਸੋਧ ਹੋਈ ਸੀ, ਉਹਨੂੰ ਰਿਵਰਸ ਕਰਨ ਲਈ ਪ੍ਰੈਪੋਜੀਸ਼ਨ 16 ਲੈ ਕੇ ਆਏ ਸੀ। ਪਰ ਉਹਨੂੰ ਸਿਰਫ 43% ਤੋਂ ਵੀ ਘੱਟ ਵੋਟਾਂ ਪਈਆਂ ਨੇ ਉਹਦੇ ਹੱਕ ਵਿੱਚ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਮਿਡਲ ਵਾਲੇ ਨੇ ਨਾ, ਤੂਰ ਸਾਹਿਬ, ਜਿਹੜੇ ਆਮ ਇੰਡੀਪੈਂਡੈਂਟ ਹੈਗੇ ਨੇ, ਉਹ ਵੋਟ ਬੰਦਾ ਦੇਖ ਕੇ, ਮਤਲਬ ਉਹ ਬੜੀਆਂ ਚੀਜ਼ਾਂ ਨੂੰ ਦੇਖ ਕੇ ਪਾਉਂਦੇ ਨੇ। ਸੋ ਇਸ ਕਰਕੇ ਦੋਨੋਂ ਪਾਰਟੀਆਂ ਨੂੰ ਖਿਆਲ ਰੱਖਣ ਦੀ ਲੋੜ ਆ ਵੀ ਇੰਡੀਪੈਂਡੈਂਟ ਦੀ ਆਵਾਜ਼ ਕੀ ਹੈ, ਕਿਉਂਕਿ ਕਿਤੇ ਇਹ ਨਾ ਹੋਵੇ ਵੀ ਇੰਡੀਪੈਂਡੈਂਟ ਦੀ ਆਵਾਜ਼ ਡੈਮੋਕ੍ਰੇਟ ਤੇ ਰਿਪਬਲਿਕਨ ਦੋਨਾਂ ਤੋਂ ਹੈ, ਹੁਣ ਵੀ ਉੱਪਰ ਆ ਤੇ ਹੋਰ ਉੱਪਰ ਨਾ ਹੋਵੇ। ਮੈਂ ਤੁਹਾਡੇ ਨਾਲ to some extent I agree, but most of the part I disagree. I will explain, ਆਪਾਂ ਜਿਹੜੀ ਇਹ ਵੀ ਡਿਸਕਸ਼ਨ ਕਰਨੀ, I will tell you why I disagree. ਕਿਉਂਕਿ ਨਾ ਇੱਕ ਹਿਊਮਨ ਨੇਚਰ ਹੁੰਦੀ ਆ ਜੀ, that's what I believe, ਕਿ ਅਸੀਂ ਜਦ ਆਪਣੇ ਆਪ ਨੂੰ ਨਾ ਨਿਊਟਰਲ ਕਹਿੰਦੇ ਆ ਜੀ, this is my way of looking at neutrality, okay? ਉਹ ਇਹ ਆ ਜੀ, ਉਹ ਕਹਿੰਦੇ ਜੀ ਨਾ, ਮੈਂ ਇਹਨੂੰ ਵੀ ਕੁਛ ਨਹੀਂ ਕਹਿਣਾ, ਮੈਂ ਇਹਨੂੰ ਵੀ ਕੁਛ ਨਹੀਂ ਕਹਿਣਾ, ਸੋ ਮੈਂ ਨਿਊਟਰਲ ਆ। For me, neutrality is ਕਿ ਸੱਚ ਨੂੰ ਸੱਚ ਕਹਿ ਦਿਓ, ਝੂਠ ਨੂੰ ਝੂਠ ਕਹੋ। Let the, like they say, let the tree falls where it falls. ਠੀਕ ਹੈ ਜੀ। ਜੇ ਅਸੀਂ ਉਹ ਕੰਮ ਨਹੀਂ ਨਾ ਕਰਦੇ ਤਾਂ ਮੇਰਾ ਖਿਆਲ ਆ ਭਈ ਫੇਰ ਅਸੀਂ ਆਪਣੇ ਆਪ ਨੂੰ ਇੰਡੀਪੈਂਡੈਂਟ ਜਾਂ ਅਸੀਂ ਆਪਣੇ ਆਪ ਨੂੰ ਨਿਊਟਰਲ ਨਹੀਂ ਕਹਿ ਸਕਦੇ। That's my opinion. So that is something which we definitely like. I'm very happy that you are going to be on the show with me down the road, because there are so many things which we need to discuss and talk about and let the people understand ke what is the difference. It's ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜੇ ਲੈਫਟਿਸਟ ਆ ਤੇ ਜਿਹੜੇ ਰਾਈਟਿਸਟ ਆ, doesn't matter who the leftist is or who the rightist is, ਠੀਕ ਹੈ ਜੀ। ਹੁੰਦਾ ਕੀ ਆ, you know as much as I know ਕਿ ਦੂਜੀ ਧਿਰ ਆ ਜਿਹੜੀ, ਉਹ ਹਰ ਵੇਲੇ ਨਾ ਦੇਖਦੇ ਹੁੰਦੇ ਵੀ ਅਸੀਂ ਕਿੱਥੋਂ ਕਿਸ ਚੀਜ਼ ਦੇ ਨਾਲ ਫਾਇਦਾ ਉਠਾ ਸਕਦੇ ਹਾਂ ਪੋਲੀਟੀਕਲ।
ਜੀ ਜਿਹੜੇ ਸਟੇਟਸਮੈਨ ਹੁੰਦੇ ਆ ਉਹ ਬਹੁਤ ਘੱਟ ਹੁੰਦੇ ਆ, ਬਿਲਕੁਲ and that's what we need. And I think that we need a statesman in our community also when it comes down to a lot of issues. With that note, I'll let you say your last thoughts for today before I take the break, and then I will be having you back with me next Thursday. Andy, give your final thoughts. ਬਿਲਕੁਲ ਦੂਸਰਾ ਮੈਂ ਸਾਰੇ ਸਰੋਤਿਆਂ ਨੂੰ ਇਹ ਕਹਾਂਗਾ ਕਿ ਪਲੀਜ਼ ਸੁਣੋ ਕਿ ਇਸ ਤੋਂ ਬਿਨਾਂ ਜਿਹੜਾ ਹੈਗਾ ਤੇ ਕਿਤੇ ਨਾ ਕਿਤੇ ਜਿਹੜੀ ਆਪਣੀ ਆਵਾਜ਼ ਨਾ ਉਹ ਵਿੱਚ ਦੱਸਣ ਵੀ, ਤਾਂ ਕਿਸੇ ਦਾ ਜਿਹੜਾ ਬੋਟਮ ਲਾਈਨ ਜਿਹੜਾ ਸਾਡਾ ਮੇਨ ਮਕਸਦ ਹੈਗਾ ਅਮਰੀਕਨ ਪੋਲਿਟਿਕਸ ਤੇ ਗੱਲ ਕਰਨੀ, ਕਿਉਂਕਿ ਕਿਤੇ ਨਾ ਕਿਤੇ ਸਾਡੀ ਜਿਹੜੀ ਕਮਿਊਨਿਟੀ ਆ ਇਹ ਲੈਗ ਬਿਹਾਈਂਡ ਕਰ ਰਹੀ ਹੈ। ਅੱਜ ਦੀ ਡੇਟ ਦੇ ਵਿੱਚ ਤਕਰੀਬਨ 4.5% ਜਿਹੜੇ ਵੋਟਰ ਨੇ ਅਮਰੀਕਾ ਦੇ ਵਿੱਚ ਉਹ ਏਸ਼ੀਅਨ ਅਮਰੀਕਨ ਹੈਗੇ ਨੇ, ਪਰ ਸਾਡੇ ਉਹਦੇ ਵਿੱਚੋਂ ਜਿਹੜੇ ਸਪੈਸ਼ਲੀ ਆਪਣੇ ਪੰਜਾਬੀ ਹੈਗੇ ਨੇ, ਇੰਡੀਅਨ ਪੰਜਾਬੀ, ਈਵਨ ਮੋਰ ਓਵਰ ਸਿੱਖ, ਸਾਡੀ ਪਾਰਟਿਸਿਪੇਸ਼ਨ ਕਿਤੇ ਨਾ ਕਿਤੇ ਘੱਟ ਆ। ਇਸ ਕਰਕੇ ਸਾਰੇ ਨੂੰ ਅਸੀਂ ਕਹਿੰਦੇ ਆ ਵੀ ਜ਼ਰੂਰ ਆਪਣਾ ਹੋਮਵਰਕ ਕਰੋ ਤੇ ਵੋਟ ਪਾਉਣ ਤੋਂ ਪਹਿਲਾਂ, ਤਾਂ ਕਿ ਆਪਾਂ ਜਿਹੜੀ ਆਪਣੀ ਕਮਿਊਨਿਟੀ ਦਾ ਇਹਦਾ ਵੀ ਫਾਇਦਾ ਕਰ ਸਕੀਏ ਅਮਰੀਕਾ। ਸਤੂਰ ਸਾਹਿਬ ਤੁਹਾਡਾ ਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਮਹਾਰਾਜ, ਥੈਂਕ ਯੂ। ਇਹ ਸੀ ਜੀ ਆਪਣੇ ਦਵਿੰਦਰ ਸਿੰਘ ਵਿਦੇਸ਼ਾ ਜੀ ਸਾਡੇ ਨਾਲ। We're going to take a break, and after the break I will be right back. ਈਸਟ ਕੋਸਟ ਦੀ ਸ਼ਾਨਦਾਰ ਟਰੱਕਿੰਗ ਕੰਪਨੀ ਟਿੱਬੀ ਐਕਸਪ੍ਰੈਸ ਇੰਕ ਨਿਊ ਜਰਸੀ, ਪੈਨਸਿਲਵੇਨੀਆ, ਓਹਾਈਓ, ਇੰਡੀਆਨਾ, ਕੰਟਕੀ ਵਾਸਤੇ ਪੱਕੇ ਅਤੇ ਬੈਂਕ ਐਂਡ ਫੋਰਥ ਲੋਡ ਡੈਡੀਕੇਟਡ ਰਨ ਐਂਡ ਹੁਕਅਪ ਡ੍ਰੌਪ ਦੀ ਸੁਵਿਧਾ। ਨਵੇਂ ਟਰੱਕ ਅਤੇ ਡਰਾਈਵਰਾਂ ਨੂੰ ਵਧੀਆ ਰੇਟ। 6 ਮਹੀਨੇ ਬਾਅਦ ਡਰਾਈਵਰ ਭਰਾਵਾਂ ਨੂੰ ਬੋਨਸ। ਸਵੇਰ ਤੋਂ ਸ਼ਾਮ ਤੱਕ ਲੋਕਲ ਕੰਮ ਕਰਨ ਵਾਲੇ ਡਰਾਈਵਰਾਂ ਵੀਰਾਂ ਨੂੰ $25 ਪ੍ਰਤੀ ਘੰਟਾ। ਨਿਊ ਜਰਸੀ, ਪੈਨਸਿਲਵੇਨੀਆ, ਓਹਾਈਓ, ਇੰਡੀਆਨਾ, ਕੰਟਕੀ ਵਾਸਤੇ ਲੋਕਲ ਕੰਮ ਲਈ ਡਰਾਈਵਰ ਵੀਰ ਸੰਪਰਕ ਕਰੋ। ਕਾਲ ਹੈਪੀ ਟਿੱਬੀ 6099474777। ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ, ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ ਔਰ ਕਾਲ। ਮੋਰ ਇਨਫੋਰਮੇਸ਼ਨ ਜੈਸੀ ਸਿੰਘ ਐਂਡ ਸਾਜਿਦ ਤਰਾਰ। ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। ਪੂਰੇ ਅਮਰੀਕਾ ਵਿੱਚ ਕਿਸੇ ਵੀ ਤਰ੍ਹਾਂ ਦੇ ਟਰੱਕ, ਟ੍ਰੇਲਰਸ, ਫਲੈਟਬੈਡ, ਰੈਫਰੀਜਰੇਟਰ ਐਂਡ ਡਰਾਈਵ ਵੈਨ, ਟਰੈਕਟਰ ਆਦਿ ਸੇਵਾਵਾਂ ਵਾਸਤੇ ਕਾਲ ਟ੍ਰੇਲਰ ਐਂਡ ਲੀਜ਼ਿੰਗ ਕੰਪਨੀ ਨਾਲ ਸੰਪਰਕ ਕਰੋ। ਕਾਲ ਟ੍ਰੇਲਰ ਕੋਲ 2018, 19 ਅਤੇ 20 ਦੇ ਘੱਟ ਮਾਈਲੇਜ ਵਾਲੇ ਟਰੱਕ ਖਰੀਦਣ ਵਾਸਤੇ ਉਪਲਬਧ ਹਨ। ਕਾਲ ਟ੍ਰੇਲਰ ਕੋਲ ਵੈਨਗਾਰਡ ਦੀ ਪੂਰੇ ਕੈਲੀਫੋਰਨੀਆ ਦੀ ਡੀਲਰਸ਼ਿਪ ਹੈ। ਅਸੀਂ ਸਾਰੇ ਅਮਰੀਕਾ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਾਂ। ਕਾਲ ਟ੍ਰੇਲਰ ਕੋਲ ਇਨ ਹਾਊਸ ਫਾਈਨੈਂਸਿੰਗ ਦੀ ਸੁਵਿਧਾ ਵੀ ਹੈ ਉਪਲਬਧ। ਵਧੇਰੀ ਜਾਣਕਾਰੀ ਲਈ ਧਰਮਿੰਦਰ ਰੰਧਾਵਾ ਨੂੰ 9093515220 ਅਤੇ 9092407234 ਅਤੇ ਸਿਕੰਦਰ ਸਿੰਘ ਰੰਧਾਵਾ ਨੂੰ 9092407272 ਤੇ ਸੰਪਰਕ ਕਰੋ। ਤੁਸੀਂ ਹੇਠ ਲਿਖੇ ਪਤੇ ਤੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ।
ਨਿਊ ਜਰਸੀ ਦੇ ਕੋਲ ਰਾਊਟ 19 ਅਤੇ ਹੋਰ ਲੋਕੇਸ਼ਨ ਤੇ ਟਰੱਕ ਡਰਾਈਵਰ ਵੀਰਾਂ ਲਈ ਸਸਤਾ ਡੀਜ਼ਲ ਅਤੇ ਨਾਨ ਕੰਪੈਰੀਟਿਵਲੀ ਗੈਸ ਪ੍ਰਾਈਸ ਵਾਸਤੇ ਹਮੇਸ਼ਾ ਯਾਦ ਰੱਖੋ ਫਿਊਲ 1 ਸਾਡਾ 690 RT1 ਨਾਰਥ ਐਡੀਸਨ ਅਤੇ ਵੱਡਾ ਕਰਾਊਨ ਡੀਪੂ, ਜਿੱਥੇ ਟਰੱਕ ਸਰਵਿਸ ਅਤੇ ਟਾਇਰ ਸਰਵਿਸ ਵਾਜਿਬ ਰੇਟਾਂ ਤੇ ਕੀਤੀ ਜਾਂਦੀ ਹੈ। ਡੀਜ਼ਲ ਨਾਲ ਸਕੇਲ ਸੁਵਿਧਾ ਵੀ ਹੈ ਉਪਲਬਧ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 732 572 4411। ਨਿਊ ਜਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਉਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਕੈਲੀਫੋਰਨੀਆ ਤੋਂ ਸਾਊਥ ਈਸਟਰਨ ਤੱਕ, ਜਾਰਜੀਆ, ਫਲੋਰੀਡਾ, ਅਲਾਬਾਮਾ, ਮਿਸੀਸਿਪੀ, ਲੂਜ਼ੀਆਨਾ, ਟੈਕਸਸ ਸੂਬੇ ਤੱਕ ਸੁਰੱਖਿਅਤ ਪ੍ਰੋਡਿਊਸ ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ ਪ੍ਰਾਈਮ ਲਿੰਕ ਐਕਸਪ੍ਰੈਸ, ਹੈੱਡ ਆਫਿਸ 825 ਨੇਵੀ ਡਰਾਈਵ, ਸਟਾਕਟਨ, ਕੈਲੀਫੋਰਨੀਆ 95206। For more information, call ਗੁਰਮੀਤ ਮੱਲੀ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵੈਲਕਮ ਬੈਕ ਟੂ ਅਮਰੀਕਨ ਪੋਲਿਟਿਕਸ ਵਿਦ ਹਰਪ੍ਰੀਤ ਸਿੰਘ ਤੂਰ। ਬੜੀ ਖੁਸ਼ੀ ਹੋਈ ਮੈਨੂੰ ਐਕਚੁਅਲੀ ਆਪਣੇ ਵਿਦਿਸ਼ਾ ਸਾਹਿਬ ਨਾਲ ਪ੍ਰੋਗਰਾਮ ਕਰਨ ਦੀ ਕਿ we agree on certain things and we disagree on certain things, and it's going to be really interesting how it evolves down the road. I don't know, but ਤੁਹਾਡੇ ਵਾਸਤੇ ਬੜੀ ਇੰਟਰਸਟਿੰਗ ਡਿਸਕਸ਼ਨ ਹੋਊਗੀ, ਕਿਉਂਕਿ ਜਿਹੜੇ ਬੰਦੇ ਆ ਨਾ, ਜਦ ਕੋਈ ਵੀ ਕਹਿੰਦਾ ਜੀ ਵੀ ਮੈਂ ਯਾਰ ਹੇਟ ਕਰਦਾ ਪੋਲੀਟਿਕਸ ਨੂੰ, ਇਟਸ ਨਾਟ ਕਿ ਤੁਸੀਂ ਪੋਲੀਟਿਕਸ ਨੂੰ ਹੇਟ ਕਰਦੇ ਹੋ। ਇਟ ਇਜ਼ ਕਿ ਟੂ ਮੀ, ਅਗੇਨ ਇਟਸ ਮਾਈ ਓਪੀਨੀਅਨ, ਟੂ ਮੀ ਇਟ ਇਜ਼ ਲਾਈਕ ਕਿ ਤੁਸੀਂ ਜਸਟ ਆਪਣਾ ਨਾ ਟਾਈਮ ਉਹਦੇ ਵਿੱਚ ਇਨਵੈਸਟ ਨਹੀਂ ਕਰਨਾ ਚਾਹੁੰਦੇ ਜਿਹਦੇ ਵਿੱਚ ਕਿ ਕਮਿਊਨਿਟੀ ਦਾ ਲੌਂਗ ਟਰਮ ਬੈਨੀਫਿਟ ਹੋਵੇ। there could be any reason, there could be ਕਿ ਤੁਹਾਡੇ family reasons ਹੋ ਸਕਦੇ, there could be some other reasons ਪਈ ਜੀ, there could be a million reasons for that, but at the same time ਜਿਹੜੀ ਕਿ ਚੀਜ਼ ਅਸੀਂ ਉਹਦੇ ਵਿੱਚੋਂ ਜਦ ਮਿਸ ਕਰਦੇ ਹਾਂ ਨਾ, ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ। ਤੁਸੀਂ ਘਰ ਦੇ ਵਿੱਚ ਤੁਹਾਡੇ 3 ਨਿਆਣੇ ਹੁੰਦੇ ਆ, 2 ਹੁੰਦੇ ਆ, you try to keep a balance, ਠੀਕ ਹੈ ਜੀ। ਇੱਕ ਨਿਆਣਾ ਹੈ ਜਿਹੜਾ ਥੋੜਾ ਅਗਰੈਸਿਵ ਹੁੰਦਾ, ਦੂਜਾ ਘੱਟ ਅਗਰੈਸਿਵ ਹੁੰਦਾ ਹੈਗਾ ਆ, ਔਰ ਵਾਈਸ ਵਰਸਾ। one is good in studies, the other one is less good in studies, and all these we know ਕਿ ਸਾਡੀਆਂ ਫੈਮਲੀਆਂ ਦੇ ਵਿੱਚ ਇਹ ਹੁੰਦਾ। ਪਰ ਅਸੀਂ ਉਹਨਾਂ ਨੂੰ ਨਾ ਹੱਲਾਸ਼ੇਰੀ ਦਿੰਦੇ ਹਾਂ, ਅਸੀਂ ਉਹਨਾਂ ਨੂੰ ਟੀਚ ਕਰਦੇ ਹਾਂ ਕਿ how to talk to each other, how to respect each other, how to agree to disagree with each other. That's part of politics. ਉਹ ਤੁਸੀਂ ਘਰ 'ਚ ਕਰਦੇ ਹੋ। ਉਹੀ ਚੀਜ਼ ਆ ਜਿਹੜੀ ਉਹਨੂੰ ਥੋੜਾ ਲਾਰਜਰ ਸਕੇਲ ਦੇ ਉੱਤੇ ਜੇ ਅਸੀਂ ਦੇਖੀਏ, ਦੈਟਸ ਵਾਟ ਪੋਲੀਟਿਕਸ ਇਜ਼। ਪਰ ਹਾਂ, ਝੂਠ ਆ ਜਿਹੜਾ ਜਦ ਪੋਲੀਟਿਕਸ ਨੂੰ ਨਾਂ ਦਿੱਤਾ ਜਾਂਦਾ ਹੈਗਾ ਆ, ਜੋ ਕਿ ਰੀਸੈਂਟ ਹਿਸਟਰੀ ਦੇ ਵਿੱਚ ਹੋਇਆ ਹੈਗਾ ਆ, that is something which I'm deadly against, and that is something which I always try to take a stand against, ਕਿ ਤੁਸੀਂ ਏਦਾਂ ਨਹੀਂ ਕਰ ਸਕਦੇ ਭਈ ਸੱਚ ਕੁਛ ਹੋ ਰਿਹਾ, ਕਹਿ ਕੁਛ ਹੋਰ ਰਹੇ ਹੋ, ਕਰ ਕੁਛ ਹੋਰ ਰਹੇ ਹੋ, ਔਰ ਫਿਰ ਤੁਸੀਂ you are trying to make happy everybody। ਕੁਛ ਇੱਕ ਚੀਜ਼ਾਂ ਹੁੰਦੀਆਂ ਕਿ ਜਿਹਦੇ ਵਿੱਚ ਨਾ ਜਦੋਂ ਕਹਿੰਦੇ ਹੁੰਦੇ ਆ ਭਈ ਸਪੈਸ਼ਲੀ ਜਿਹੜੀ ਮੀਡੀਆ ਦਾ ਰੋਲ ਹੁੰਦਾ ਨਾ, ਜਿਵੇਂ ਕਿ ਮੇਰਾ ਹੈਗਾ, ਮੈਨੂੰ ਪਤਾ ਵੀ ਕਈ ਬੰਦੇ ਇਸ ਗੱਲੋਂ ਮੇਰੇ ਨਾਲ ਨਾਰਾਜ਼ ਵੀ ਹੋ ਜਾਂਦੇ ਆ, ਦਿਖਾਵੇਂ ਵੀ ਹੋ ਜਾਂਦੇ ਆ। ਉਹ ਇਹ ਆ ਕਿ ਇਸ਼ੂ ਫਾਰ ਮੀ ਇਜ਼ ਕਿ ਜਿਹੜਾ ਨਾ ਆਪਣਾ
ਸੱਚ ਕਹਿਣ ਤੋਂ ਅਸੀਂ ਝਿਜਕਦੇ ਹਾਂ। ਵੀ ਸ਼ੁਡ ਨਾਟ। ਸਾਨੂੰ ਨਾ ਮੈਂ ਅੱਗੇ ਵੀ ਇਹ ਇੱਕ ਤੁਕ ਆ ਬਾਣੀ ਦੀ ਜਿਹੜੀ ਕਿ ਮੈਂ ਸ਼ੇਅਰ ਕਰਦਾ ਹੁੰਦਾ ਆ, ਸਭ ਦੁਨੀਆ ਸੁਭਾਨ ਜੇ ਸੱਚ ਸਮਾਈਏ। ਔਰ ਉਹਦੇ ਵਿੱਚ ਨਾ ਜਿੱਦਾਂ ਨਾ ਜਦ ਸੂਰਜ ਚੜ੍ਹਦਾ ਆ, ਰਾਤ ਦੇ ਅੰਧੇਰੇ 'ਚ ਬਹੁਤ ਕੁਝ ਲੁਕਿਆ ਹੋਇਆ ਹੁੰਦਾ, ਪਰ ਜਦ ਸੂਰਜ ਚੜ੍ਹਦਾ ਉਹ ਤੁਹਾਨੂੰ ਫਿਰ ਨਾ ਦੂਰ ਤੱਕ ਦਿਸਣ ਲੱਗ ਪੈਂਦਾ। ਸ਼ਹਿਰਾਂ ਦੇ ਵਿੱਚ ਜਿੰਨੀਆਂ ਮਰਜ਼ੀ ਲਾਈਟਾਂ ਲਾ ਲਓ, ਪਿੰਡਾਂ ਦੀਆਂ ਗਲੀਆਂ ਜਿੰਨੀਆਂ ਮਰਜ਼ੀ ਲਾਈਟਾਂ ਲਾ ਲਓ, ਬਟ ਸਟਿਲ ਯੂ ਡੋਂਟ ਸੀ ਦਾ ਵੇ ਯੂ ਸੀ ਡਿਊਰਿੰਗ ਦ ਡੇ। ਉਹਦਾ ਮਤਲਬ ਹੈ ਜਿਹੜਾ ਉਹ ਇਹੀ ਆ ਭਈ ਸੱਚ ਆ ਜਿਹੜਾ ਉਹ ਸੂਰਜ ਦੀ ਰੋਸ਼ਨੀ ਵਾਂਗੂ ਆ, ਔਰ ਉਸ ਚੀਜ਼ ਨੇ ਅਲਟੀਮੇਟਲੀ ਸਾਹਮਣੇ ਆਉਣਾ ਹੁੰਦਾ, ਉਹਨੂੰ ਕਵਰ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ, ਪਹਿਲੀ ਗੱਲ। ਦੂਜੀ ਗੱਲ, ਜਿਹੜਾ ਅਮਰੀਕਾ ਦਾ ਇਸ ਵੇਲੇ ਜਿਹੜਾ ਜਿਸ ਪੋਜੀਸ਼ਨ ਦੇ ਉੱਤੇ ਅਮਰੀਕਾ ਇਸ ਵੇਲੇ ਖੜਾ ਹੈਗਾ, ਇਟਸ ਅ ਵੈਰੀ ਕ੍ਰਿਟੀਕਲ ਜੰਕਚਰ। ਇੱਥੋਂ ਸਕਸੈਸਫੁਲੀ ਅੱਗੇ ਵਧਣ ਵਾਸਤੇ ਯੂ ਨੀਡ ਸਮ ਬੋਲਡ ਸਟੈਪਸ, ਔਰ ਉਹਦੇ ਵਿੱਚ ਤੁਹਾਨੂੰ ਰਿਸਕ ਵੀ ਲੈਣੇ ਪੈਂਦੇ ਆ। ਫਾਰ ਐਗਜ਼ਾਮਪਲ, ਜਦੋਂ ਡਿਪਰੈਸ਼ਨ ਹੋਇਆ ਸੀਗਾ, ਸੀ ਡਿਪਰੈਸ਼ਨ ਵੇਲੇ ਜਿਹੜੇ ਹਾਈਵੇ ਵਗੈਰਾ ਜਿਹੜੇ ਬਣਾਏ ਗਏ ਹੈਗੇ ਆ ਅਮਰੀਕਾ ਦੇ, ਇਟ ਵਾਸ ਡਿਊਰਿੰਗ ਦੈਟ ਟਾਈਮ। ਔਰ ਇਹ ਜਿਹੜੇ look at the benefit which country got from that. Infrastructure projects ਹੈ ਜਿਹੜੇ, those are the projects ਜਿਹਦੇ ਵਿੱਚ ਕਿ private businesses ਨੂੰ ਮੁਨਾਫਾ ਨਹੀਂ ਹੋਣਾ ਹੁੰਦਾ, they will never do it. Why would they do it? ਕਿਉਂਕਿ private business ਹੈ ਜਿਹੜਾ, they are in the business of making money. Infrastructure project ਜਿਹੜੇ ਹੈਗੇ ਆ, they are not for making the money, they are to provide the services to the people. ਸੀਵਰੇਜ ਹੋ ਗਿਆ, ਵਾਟਰ ਸਪਲਾਈ ਹੋ ਗਈਆਂ, ਲੋਕਲ ਸਟਰੀਟਸ ਹੋ ਗਈਆਂ, ਸਟਰੀਟ ਲਾਈਟਸ ਹੋ ਗਈਆਂ, all these are infrastructure. ਔਰ ਉਹ ਜਿਹੜਾ ਇਨਫਰਾਸਟਰਕਚਰ ਹੈ ਜਿਹੜਾ, ਉਹ ਜੇ ਪ੍ਰੋਪਰ ਹੋਵੇ ਤਾਂ ਜਿਹੜੀ ਬਿਜ਼ਨਸ ਦੀ ਗਰੋਥ ਆ ਉਹ ਵੀ ਪ੍ਰੋਪਰ ਹੁੰਦੀ ਹੈ। ਅਗੇਨ, highways. Once the highways were there, the transportation became easy. Everybody decided to travel around, watch around, look around. America got explored more, people came to know more people. So same way, that is something which needs to be looked at. ਔਰ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਭਈ ਮੈਂ ਜਿਉਂ-ਜਿਉਂ ਅਸੀਂ ਅੱਗੇ ਸ਼ੋਅ ਕਰਾਂਗੇ, ਘੱਟੋ ਘੱਟ ਮੇਰਾ ਜਿਹੜਾ ਵੀਰਵਾਰ ਵਾਲਾ ਸ਼ੋਅ ਹੋਇਆ ਕਰੂਗਾ ਉਹਦੇ ਵਿੱਚ ਮੇਰੇ ਨਾਲ ਵਿਦੇਸ਼ਾ ਸਾਹਿਬ ਹੋਇਆ ਕਰਨਗੇ। ਵੀ ਆਰ ਗੋਇੰਗ ਟੂ ਲੁੱਕ ਇਨਟੂ ਆਲ ਥੀਸ ਐਸਪੈਕਟ। ਔਰ ਅੱਜ ਦਾ ਸ਼ੋਅ ਜਿਹੜਾ ਹੈਗਾ ਰੈਪ ਅਪ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਆ, ਔਰ ਉਹ ਜਿਹੜੀ ਆ ਉਹ ਇਹ ਆ ਕਿ ਅਸੀਂ ਜਦੋਂ ਲੋਕਲ ਬਾਡੀਜ਼ ਵਿੱਚ ਦੇਖਦੇ ਹਾਂ, ਲੋਕਲ ਕਾਉਂਸਲਸ ਦੇਖਦੇ ਹਾਂ, ਲੋਕਲ ਪੇਰੈਂਟ ਟੀਚਰ ਐਸੋਸੀਏਸ਼ਨ ਦੇਖਦੇ ਹੈਗੇ ਆ, ਹਰ ਇੱਕ ਸਟੇਟ ਦਾ ਆਪਣਾ ਆਪਣਾ ਢਾਂਚਾ ਹੈਗਾ ਆ, ਸਾਨੂੰ ਉਹਦੇ ਵਿੱਚ ਪਾਰਟੀਸਪੇਟ ਕਰਨ ਦੀ ਲੋੜ ਆ। ਸਵਾਲ ਇਸ ਚੀਜ਼ ਦਾ ਨਹੀਂ ਵੀ ਮੇਰੀ ਇੰਗਲਿਸ਼ ਕਿੰਨੀ ਮੈਨੂੰ ਆਉਂਦੀ ਆ, ਸਵਾਲ ਇਸ ਚੀਜ਼ ਦਾ ਹੁੰਦਾ ਹੈ ਵੀ ਕੈਨ ਆਈ ਲੈਟ them know what's on my mind. ਕਮਿਊਨੀਕੇਸ਼ਨ ਥੋੜੀ ਹੌਲੀ ਕਈ ਵਾਰੀ ਕਰਨੀ ਪੈਂਦੀ ਹੈ, ਰਿਪੀਟ ਕਰਨਾ ਪੈਂਦਾ, ਫਰਸਟ੍ਰੇਸ਼ਨ ਹੁੰਦੀ ਹੈ, ਕੋਈ ਸ਼ੱਕ ਨਹੀਂ। ਔਰ ਮੈਨੂੰ ਇੱਥੇ ਕਈ ਵਾਰੀ ਮੈਨੂੰ ਫਰਸਟ੍ਰੇਸ਼ਨ ਹੁੰਦੀ ਹੈ ਕਿਉਂਕਿ when I speak to a person, ਨਿਊਯਾਰਕ ਦੇ ਵਿੱਚ ਜਿੱਥੇ ਕਿ majority of the population is a minority majority, ਉਹ ਮੇਰੇ ਨਾਲ ਨਾ ਕਈ ਵਾਰੀ ਜਦ ਮੈਂ ਗੱਲ ਕਰਦਾ ਲਿਪ ਸਿੰਕਿੰਗ ਕਰਦੇ ਆ ਟੂ ਅੰਡਰਸਟੈਂਡ ਵੀ ਕਿ what I'm saying. ਸਵਾਲ ਇਹ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ ਹੈ ਜਾਂ ਸਮਝ ਨਹੀਂ ਆਉਂਦੀ, ਸਵਾਲ ਇਸ ਚੀਜ਼ ਦਾ when they look at my face, ਉਹਨਾਂ ਨੂੰ ਇਮੀਡੀਏਟਲੀ ਇਹ ਲੱਗਦਾ ਜੀ ਵੀ ਪੱਗ ਦਾੜੀ ਵਾਲਾ ਬੰਦਾ ਹੈਗਾ ਆ, ਇਹਨੂੰ ਇੰਗਲਿਸ਼ ਤਾਂ ਆਉਂਦੀ ਨਹੀਂ ਆ। ਜਦ ਤੁਹਾਡੇ ਮਾਈਂਡ ਦੇ ਵਿੱਚ ਆ ਜਾਵੇ ਨਾ ਇੰਗਲਿਸ਼ ਨਹੀਂ ਆਉਂਦੀ ਹੋਣੀ, ਤਾਂ ਤੁਸੀਂ ਅਗਲਾ ਜਿੰਨਾ ਮਰਜ਼ੀ ਸਹੀ ਕਹੀ ਜਾਵੇ ਤੁਸੀਂ ਨਹੀਂ ਸੁਣਨਾ। ਸੇਮ ਵੇ ਤੁਸੀਂ ਜਦ ਗੱਲ ਕਰਨੀ ਆ, ਉਹ ਜੇ ਗੱਲ ਤੁਸੀਂ ਕਰਨੀ ਆ, ਜੇ ਅਸੀਂ ਇਹ ਅਜ਼ਿਊਮ ਕਰੀਏ ਵੀ ਇਹਨੇ ਮੇਰੀ ਗੱਲ ਨਹੀਂ ਸਮਝਣੀ, ਤਾਂ ਸਾਡੇ ਵਾਸਤੇ ਉਹ ਸਮਝਾਉਣੀ ਹੋਰ ਔਖੀ ਹੋ ਜਾਂਦੀ। ਸੋ ਸਾਨੂੰ ਹੈਜ਼ੀਟੇਟ ਨਹੀਂ ਕਰਨਾ ਚਾਹੀਦਾ। there is no reason to hesitate from putting your point of view in front of the public, in front of the people. And if you're not happy with something which is happening in the school with your kids or about your kids, say something, participate in it. That is what democracy is. It is a participation, participation, participation. If we do not participate, we lose.
We want to be on the table, not on the menu. And I hope you understand what I'm saying here. And with that note, till next time, good night and good luck.